ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੋਂ ਤੁਸੀਂ ਦੇਖ ਰਹੇ ਹੋ ਗੌਰਵ ਸ਼ੁਕਲਾ। ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਚਰਚਾ ਕਰਾਂਗੇ ਉਸ ਚਰਚਾ ਦੀ ਜੋ ਦਿੱਲੀ ਦੇ ਵਿੱਚ ਹੋਣੀ ਸੀ ਪਰ ਹੋਈ ਨਹੀਂ, ਜਿਸ ਤੋਂ ਉਮੀਦਾਂ ਬਹੁਤ ਸੀ। ਜੀ ਹਾਂ, ਜਿਹੜੀ ਮੀਟਿੰਗ ਦੇ ਵੱਲੋਂ ਹਰ ਕੋਈ ਉਮੀਦਾਂ ਦੇ ਨਜ਼ਰਾਂ ਦੇ ਨਾਲ ਦੇਖ ਰਿਹਾ ਸੀ ਕਿ ਬਸ ਦਿੱਲੀ ਦੇ ਨਾਲ ਗੱਲ ਤੁਰੇ ਤੇ ਸੰਘਰਸ਼ ਕਿਸਾਨਾਂ ਦਾ ਅਜਿਹਾ ਹੈ ਕਿ ਦਿੱਲੀ ਨੂੰ ਝੁਕਣਾ ਹੀ ਪੈਣਾ ਹੈ। ਪਰ ਉਮੀਦਾਂ ਦੇ ਨਾਲ ਖਦਸ਼ੇ ਵੀ ਸੀ ਕਿ ਗੱਲ ਸ਼ਾਇਦ ਨਾ ਬਣੇ ਤੇ ਜਦੋਂ ਮੀਟਿੰਗ ਦੇ ਨਤੀਜਾ ਆਇਆ ਤਾਂ ਉਮੀਦਾਂ ਦੇ ਉੱਤੇ ਖਦਸ਼ੇ ਭਾਰੀ ਪੈ ਚੁੱਕੇ ਸਨ ਤੇ ਮੰਤਰੀਆਂ ਦੀ ਗੈਰ ਮੌਜੂਦਗੀ ਦਾ ਕਿਸਾਨ ਜਥੇਬੰਦੀਆਂ ਨੇ ਵਿਰੋਧ ਕਰਦੇ ਹੋਏ ਮੀਟਿੰਗ ਦਾ ਵਾਕਆਊਟ ਕਰ ਦਿੱਤਾ। ਮੀਟਿੰਗ ਦੇ ਵਿੱਚ ਗੱਲ ਕੋਈ ਤੁਰੀ ਹੀ ਨਹੀਂ ਤਾਂ ਹੱਲ ਤੱਕ ਹੀ ਨਿਕਲਣਾ ਸੀ। ਹੁਣ ਸਵਾਲ ਇਹ ਹੈ ਕਿ ਕਿਉਂ ਕਿਸਾਨਾਂ ਦੇ ਵੱਲੋਂ ਮੀਟਿੰਗ ਦੇ ਵਿੱਚੋਂ ਵਾਕਆਊਟ ਕਰ ਦਿੱਤਾ ਗਿਆ ਤੇ ਜਦੋਂ ਕਿਸਾਨ ਪਹਿਲਾਂ ਹੀ ਕਹਿ ਰਹੇ ਸਨ ਕਿ ਅਸੀਂ ਅਧਿਕਾਰੀਆਂ ਦੇ ਨਾਲ ਸਿਰਫ ਅਧਿਕਾਰੀਆਂ ਦੇ ਨਾਲ ਗੱਲਬਾਤ ਨਹੀਂ ਕਰਨੀ, ਤਾਂ ਸਰਕਾਰ ਦੇ ਮੰਤਰੀ ਮੀਟਿੰਗ ਤੋਂ ਕਿਉਂ ਦੂਰ ਰਹੇ, ਕਿਉਂ ਕਿਸਾਨਾਂ ਦਾ ਸਾਹਮਣਾ ਨਹੀਂ ਕਰ ਰਹੇ। ਖੈਰ, ਸਭ ਦੇ ਉੱਤੇ ਗੱਲਬਾਤ ਹੋਵੇਗੀ, ਪਰ ਇੰਨਾ ਤਾਂ ਸਾਫ਼ ਹੈ ਕਿ ਪਹਿਲੀ ਸਿਟਿੰਗ ਰਹੀ ਹੈ ਬੇਸਿੱਟਾ। ਵਿਰੋਧ ਹੰਗਾਮਾ ਤੇ ਨਾਰਿਆਂ ਦੀ ਪੈਂਦੀ ਗੂੰਜ। ਇਹ ਤਸਵੀਰਾਂ ਦਿੱਲੀ ਦੇ ਕ੍ਰਿਸ਼ੀ ਭਵਨ ਦੀਆਂ ਨੇ, ਜਿੱਥੇ ਪੰਜਾਬ ਦੀਆਂ 29 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕੇਂਦਰ ਸਰਕਾਰ ਦੇ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ। ਵਿਰੋਧ ਦੇ ਵਜੋਂ ਨਵੇਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਪਾੜ ਸੁੱਟੀਆਂ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਕਿਸਾਨਾਂ ਦੀ ਹੋਈ ਮੀਟਿੰਗ ਬੇਸਿੱਟਾ ਰਹੀ। ਗੱਲ ਕਿਸੇ ਨਤੀਜੇ ਤੇ ਨਹੀਂ ਪਹੁੰਚੀ। ਗੱਲਬਾਤ ਸਿਰੇ ਨਾ ਚੜ੍ਹਨ ਤੇ ਕਿਸਾਨਾਂ ਦਾ ਗੁੱਸਾ ਕੇਂਦਰ ਦੇ ਖਿਲਾਫ ਫੁੱਟਿਆ। ਕਿਸਾਨ ਇਸ ਗੱਲ ਤੋਂ ਔਖੇ ਸਨ ਕਿ ਇਸ ਗੰਭੀਰ ਮਸਲੇ ਤੇ ਕੋਈ ਮੰਤਰੀ ਉਹਨਾਂ ਦੇ ਨਾਲ ਮੁਲਾਕਾਤ ਕਰਨ ਨਹੀਂ ਪਹੁੰਚਿਆ। ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਬੈਠਕ ਦੇ ਵਿੱਚ ਕੋਈ ਮੰਤਰੀ ਨਹੀਂ ਸੀ, ਅਧਿਕਾਰੀਆਂ ਨੇ ਗੱਲ ਸੁਣੀ ਨਹੀਂ, ਗੱਲਬਾਤ ਦੇ ਨਾਮ ਤੇ ਸਿਰਫ ਮਜ਼ਾਕ ਕੀਤਾ ਗਿਆ। ਹੁਣ ਜੋ ਵੀ ਗੱਲ ਹੋਵੇਗੀ ਉਹ ਦਿੱਲੀ 'ਚ ਨਹੀਂ, ਚੰਡੀਗढ़ 'ਚ ਕਰਾਂਗੇ। पंजाब के किसानों को एक पास जहां बुलाया गया और दूसरे पास से पंजाब में 8 मंत्री केंद्र के मुहिम चलाने गए हैं कि एक कानून किसानों के हक में है। हमें जहां बुलाकर कोई सरकारी नुमाइंदा बात नहीं कर रहा। हमने सेक्रेटरी साहब को पहले बोला था, जब कोई पॉलिटिकल बीजेपी का मंत्री वहां बात करेगा, खेती बड़ी मंत्री या CPM के ऑफिस का मंत्री, तब बात करेंगे। जब जहां आए तो कोई मंत्री कोई पॉलिटिकल लीडर नहीं था, सिर्फ सेक्रेटरी साहब सीगे। हम उनको बाईकाट करके वापस आ गए क्योंकि पंजाब ਦੇ ਵਿੱਚ ਮੁਹਿੰਮ ਚਲਾਉਣ ਚ ਗਏ ਹੋਏ ਆ ਔਰ ਜੇ ਉੱਥੇ ਮਾਹੌਲ ਖਰਾਬ ਹੁੰਦਾ ਹੈ ਤਾਂ ਉਹਦੀ ਜ਼ਿੰਮੇਵਾਰੀ ਬੀਜੇਪੀ ਸਰਕਾਰ ਦੀ ਹੋਊ, ਕੇਂਦਰ ਦੀ ਸਰਕਾਰ ਦੀ। ਕ੍ਰਿਸ਼ੀ ਭਵਨ ਦੇ ਬਾਹਰ ਦਾ ਦ੍ਰਿਸ਼ ਤੁਸੀਂ ਦੇਖਿਆ। ਹੁਣ ਤੁਹਾਨੂੰ ਮੀਟਿੰਗ ਦੇ ਅੰਦਰ ਦੀਆਂ ਤਸਵੀਰਾਂ ਵੀ ਦਿਖਾਉਂਦੇ ਆ, ਜਿੱਥੇ ਕੇਂਦਰ ਦੇ ਅਧਿਕਾਰੀ ਕਿਸਾਨਾਂ ਨੂੰ ਖੇਤੀ ਬਿੱਲਾਂ ਦੇ ਫਾਇਦੇ ਗਿਣਾਉਣ ਦੇ ਵਿੱਚ ਲੱਗੇ ਰਹੇ ਤੇ ਕਿਸਾਨ ਅਧਿਕਾਰੀਆਂ ਦੇ ਤਰਕ ਆਪਣੀਆਂ ਦਲੀਲਾਂ ਦੇ ਨਾਲ ਰੱਦ ਕਰਦੇ ਰਹੇ, ਪਰ ਗੱਲ ਕਿਸੇ ਨਤੀਜੇ ਤੇ ਨਾ ਪਹੁੰਚੀ। ਕਿਸਾਨਾਂ ਨੇ ਅਧਿਕਾਰੀਆਂ ਤੋਂ ਪੁੱਛਿਆ, ਮੰਤਰੀ ਜੀ ਕਿੱਥੇ ਨੇ? ਜੇ ਤੁਹਾਡੇ ਕੋਲ ਫੈਸਲੇ ਲੈਣ ਦੀ ਤਾਕਤ ਹੀ ਨਹੀਂ ਤਾਂ ਮੀਟਿੰਗ ਬੁਲਾ ਕੇ ਸਾਡਾ ਸਮਾਂ ਕਿਉਂ ਖਰਾਬ ਕੀਤਾ? और इसी डिपार्टमेंट का कृषि मंत्री जो है पंजाब में हमारे ही खिलाफ प्रचार कर रहे हैं। वो और समर की रहने गई है जो फील्डों में काम करने वाले लोगों को मगर वो स्टेट पुलिस जो है आज उनकी संगरूर और बरनाला में लोग खराब है। आप चंडीगढ़ आने पर तैयार नहीं हुए, हमें जहां बुला रहे नहीं, ਇਹ ਡਿਪਾਰਟਮੈਂਟ ਹੀ ਠੀਕ ਨਹੀਂ ਹੈਗਾ ਮੇਰੇ ਹਿਸਾਬ ਨਾਲ। ਜਿਹੜੇ ਇੱਥੇ ਬੰਦੇ ਲਾਏ ਆ ਇਹ ਪੰਜਾਬ 'ਚ ਆਵਾਜ਼ ਉਠਾਓ ਇਹਨਾਂ ਦੀ। ਕੇਂਦਰ ਦੇ ਨਾਲ ਹੋਈ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੇਸਿੱਟਾ ਰਹੀ। ਹੁਣ ਕਿਸਾਨਾਂ ਨੇ ਅੱਗੇ ਦੀ ਰਣਨੀਤੀ ਦੇ ਲਈ ਵੀਰਵਾਰ ਨੂੰ ਮੀਟਿੰਗ ਸੱਦ ਲਈ ਹੈ, ਜਿਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਅੱਗੇ ਦਾ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ। मीटिंग बेसिट्टा मीटिंग हुई नहीं है। मीटिंग का बाईकाट किया है, इस करके किया कि कोई मंत्री साडे नाल गल करन नूं तैयार नहीं। साडे एंटी प्रचार करन दे लई पंजाब दे विच 8 मंत्री भेजे होए आ, इस करके किसान गुस्से दे विच है, कोई असीं गल करन नूं तैयार नहीं। ਕੇਂਦਰ ਦੇ ਵੱਲੋਂ ਸੱਦੀ ਪਹਿਲੀ ਬੈਠਕ ਕਿਸਾਨਾਂ ਨੇ ਇਹ ਕਹਿ ਕੇ ਰੱਦ ਕਰ ਦਿੱਤੀ ਕਿ ਉਹ ਅਧਿਕਾਰੀਆਂ ਦੇ ਨਾਲ ਗੱਲ ਨਹੀਂ ਕਰਨਗੇ, ਮੰਤਰੀ ਜਾਂ ਪ੍ਰਧਾਨ ਮੰਤਰੀ ਨਾਲ ਹੀ ਵਿਚਾਰ ਚਰਚਾ ਹੋਵੇਗੀ। ਕੇਂਦਰ ਨੇ ਗੱਲਬਾਤ ਦੇ ਲਈ ਇਹ ਦੂਜਾ ਸੱਦਾ ਭੇਜਿਆ ਸੀ। ਕਿਸਾਨਾਂ ਨੂੰ ਉਮੀਦ ਸੀ ਕਿ ਮੀਟਿੰਗ ਦੇ ਵਿੱਚ ਕੋਈ ਮੰਤਰੀ ਸ਼ਾਮਲ ਹੋਵੇਗਾ, ਪਰ ਅਜਿਹਾ ਨਹੀਂ ਹੋਇਆ ਤੇ ਅਧਿਕਾਰੀਆਂ ਦੇ ਨਾਲ ਹੋਈ ਬੈਠਕ ਦਾ ਨਤੀਜਾ ਸਭ ਦੇ ਸਾਹਮਣੇ ਹੈ। ਬਿਊਰੋ ਰਿਪੋਰਟ, ਨਿਊਜ਼ 18।
ਤਾਂ ਜੋ ਨਤੀਜਾ ਰਿਹਾ ਉਹ ਸਭ ਦੇ ਸਾਹਮਣੇ ਹੈ। ਨਤੀਜਾ ਇਹ ਨਿਕਲਿਆ ਕਿ ਮੀਟਿੰਗ ਦੇ ਵਿੱਚ ਕੋਈ ਗੱਲਬਾਤ ਤੁਰੀ ਹੀ ਨਹੀਂ। ਗੱਲਬਾਤ ਤੁਰੇਗੀ ਉਸ ਤੋਂ ਬਾਅਦ ਹੱਲ ਦੇ ਵੱਲ ਵਧਾਂਗੇ ਤੇ ਖਾਸ ਤੌਰ ਤੇ ਜਿਹੜੇ ਧਰਨੇ ਪ੍ਰਦਰਸ਼ਨਾਂ ਨੂੰ ਲੈ ਕੇ ਸਵਾਲ ਨੇ ਕਿ ਕਦੋਂ ਖਤਮ ਹੋਣਗੇ, ਉਹ ਤਾਂ ਗੱਲਬਾਤ ਤੋਂ ਬਾਅਦ ਹੀ ਹੋਣਗੇ। ਕਹਿੰਦੇ ਇਸ ਵਿਚਾਲੇ ਅਸੀਂ ਅੱਜ ਚਰਚਾ ਕਰਾਂਗੇ ਇਸ ਪੂਰੇ ਮੁੱਦੇ ਉੱਤੇ ਕਿ ਮੀਟਿੰਗ ਦਾ ਵਾਕਆਊਟ ਕਿਉਂ ਹੋਇਆ, ਮੀਟਿੰਗ ਦੇ ਵਿੱਚ ਮੰਤਰੀ ਕਿਉਂ ਨਹੀਂ ਸੀ ਤੇ ਹੁਣ ਅੱਗੇ ਕੀ ਹੋਏਗਾ, ਪੂਰਾ ਰੂਪਰੇਖਾ ਕੇਂਦਰ ਦਾ ਤੇ ਕਿਸਾਨਾਂ ਦਾ ਵੀ। ਪਰ ਇਸ ਬਾਤ ਦੇ ਜਿਵੇਂ ਹਰ ਰੋਜ਼ ਅਸੀਂ ਆਪਣੇ ਦਰਸ਼ਕਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ, ਅੱਜ ਵੀ ਦਰਸ਼ਕਾਂ ਦੇ ਲਈ ਸਵਾਲ ਹੈ ਕਿ ਅਧਿਕਾਰੀਆਂ ਦੇ ਨਾਲ ਮੀਟਿੰਗ ਨਾ ਕਰਨ ਦਾ ਕਿਸਾਨਾਂ ਦਾ ਫੈਸਲਾ ਕਿ ਠੀਕ ਹੈ। ਤੁਹਾਨੂੰ ਕੀ ਲੱਗਦਾ? ਤੁਸੀਂ ਆਪਣੀ ਰਾਏ ਸਾਡੇ ਤੱਕ। ਸਾਡਾ ਅੱਜ ਦਾ ਸਵਾਲ ਹੈ ਬਹੁਤ ਜ਼ਰੂਰੀ, ਪੰਜਾਬ ਦੇ ਲੋਕਾਂ ਦੀ, ਕਿਸਾਨਾਂ ਦੀ, ਉਹ ਜਥੇਬੰਦੀਆਂ ਦੀ, ਉਹਨਾਂ ਆਗੂਆਂ ਦੀ, ਉਹਨਾਂ ਵਰਕਰਾਂ ਦੀ, ਕਿਸਾਨਾਂ ਦੀ ਜੋ ਇਸ ਸਮੇਂ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਜਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ, ਉਹ ਕੀ ਸੋਚ ਰਹੇ ਨੇ, ਉਹ ਵੀ ਇਸ ਸਵਾਲ ਦੇ ਜ਼ਰੀਏ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਾਣਨ ਦੀ, ਤਾਂ ਕਿ ਕਿਸਾਨ ਆਗੂਆਂ ਨੂੰ ਵੀ ਪਤਾ ਲੱਗ ਸਕੇ ਕਿ ਆਖਿਰ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ। ਤੇ ਸਾਡਾ ਅੱਜ ਸਵਾਲ ਹੈ ਕਿ ਅਧਿਕਾਰੀਆਂ ਦੇ ਨਾਲ ਮੀਟਿੰਗ ਨਾ ਕਰਨ ਦਾ ਕਿਸਾਨਾਂ ਦਾ ਫੈਸਲਾ ਕੀ ਸਹੀ ਹੈ? ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਬਿਲਕੁਲ ਠੀਕ ਹੈ ਕਿ ਅਧਿਕਾਰੀਆਂ ਨਾਲ ਮੀਟਿੰਗ ਨਾ ਕਰੋ, ਮੰਤਰੀ ਹੋਵੇ ਤਾਂ ਹੀ ਮੀਟਿੰਗ ਕਰੋ, ਤਾਂ ਟਾਈਪ ਕਰੋ ਨਿਊਜ਼ 18 ਸਪੇਸ ਦੇ ਕੇ PHH ਸਪੇਸ ਦੇ ਕੇ ਬਾਈ। ਜੇਕਰ ਤੁਹਾਨੂੰ ਲੱਗਦਾ ਕਿ ਨਹੀਂ ਮੀਟਿੰਗ ਕਰ ਲੈਣੀ ਚਾਹੀਦੀ ਸੀ ਤੇ ਅਧਿਕਾਰੀਆਂ ਨਾਲ ਮੀਟਿੰਗ ਦਾ ਵਾਕਆਊਟ ਕਰਨਾ ਗਲਤ ਹੈ, ਤਾਂ ਤੁਸੀਂ ਟਾਈਪ ਕਰੋ ਨਿਊਜ਼ 18 ਸਪੇਸ ਦੇ ਕੇ PHH ਸਪੇਸ ਦੇ ਕੇ N। ਇਸ ਨੂੰ ਭੇਜ ਦਿਓ 56677। ਤੇ ਅਸੀਂ ਤੁਹਾਡੀ ਇਹ ਪੂਰੀ ਰਾਏ ਜਿਹੜੀ ਸਾਡੇ ਦਰਸ਼ਕਾਂ ਦੀ ਸਾਡੇ ਤੱਕ ਰਾਏ ਪਹੁੰਚੇਗੀ, ਅਸੀਂ ਬੁਲੇਟਿਨ ਦੇ ਆਖਿਰ ਦੇ ਵਿੱਚ ਤੁਹਾਨੂੰ ਇਹ ਸਾਹਮਣੇ ਰੱਖਾਂਗੇ ਕਿ ਪੰਜਾਬ ਦੇ ਲੋਕ, ਕਿਸਾਨ ਕੀ ਸੋਚਦੇ ਨੇ ਤੇ ਕੀ ਉਹਨਾਂ ਦੀ ਰਾਏ ਹੈ। ਮੈਂ ਸ਼ੁਰੂਆਤ ਕਰਦਾ ਅੱਜ ਦੀ ਚਰਚਾ ਦੀ। ਮਹਿਮਾਨਾਂ ਦਾ ਤਾਰਫ ਕਰਵਾਵਾਂਗਾ। ਸਾਡੇ ਨਾਲ ਬੀਜੇਪੀ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਸਾਡੇ ਨਾਲ ਜੁੜ ਰਹੇ ਨੇ ਹਰਜੀਤ ਸਿੰਘ ਗਰੇਵਾਲ ਜੀ, ਕਾਂਗਰਸ ਦੇ ਨੁਮਾਇੰਦੇ ਵੀ ਹੋਣਗੇ, ਕਿਸਾਨ ਆਗੂ ਵੀ ਹੋਣਗੇ। ਪਰ ਪਹਿਲਾਂ ਮੈਂ ਰੁਕ ਕਰਦਾ ਸਭ ਤੋਂ ਪਹਿਲਾਂ ਸ਼ੁਰੂਆਤ ਦੇ ਵਿੱਚ ਮੇਰੇ ਸਹਿਯੋਗੀ ਪੰਕਜ ਕਪਾਹੀ ਦਾ। ਪੰਕਜ ਸਾਡੇ ਨਾਲ ਜੁੜ ਰਹੇ ਨੇ ਰਾਜ ਭਵਨ ਦੇ ਬਾਹਰ ਤੋਂ। ਪੰਕਜ, ਬੀਜੇਪੀ ਦੇ ਆਗੂ ਤੁਹਾਡੇ ਨਾਲ ਨੇ, ਕੀ ਕੁਝ ਉਹਨਾਂ ਦਾ ਕਹਿਣਾ ਹੈ? ਮੀਟਿੰਗ ਬੇਸਿੱਟਾ ਰਹੀ ਹੈ, ਇਹ ਹੱਲ ਹੋਵੇਗਾ ਕਿਵੇਂ ਪੂਰਾ ਮਸਲਾ? ਬਿਲਕੁਲ ਗੌਰਵ, ਇਸ ਵੇਲੇ ਗਵਰਨਰ ਹਾਊਸ ਤੋਂ ਬਾਹਰ ਨਿਕਲਿਆ ਹੈ ਬੀਜੇਪੀ ਦਾ ਵਫਦ, ਔਰ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਇੱਕ ਪਾਸੇ ਤੁਸੀਂ ਸ਼ਿਕਾਇਤ ਕਰਨ ਪਹੁੰਚੇ ਹੋ ਕਾਂਗਰਸ ਦੀ, ਤਾਂ ਦੂਜੇ ਪਾਸੇ ਜੋ ਦਿੱਲੀ 'ਚ ਹੋਇਆ, ਦਿੱਲੀ 'ਚ ਕਿਸਾਨ ਤਾਂ ਹੁਣ ਉਹ ਕਹਿ ਰਹੇ ਨੇ ਕਿ ਅਸੀਂ ਦਿੱਲੀ ਨਹੀਂ ਜਾਵਾਂਗੇ, ਅਗਰ ਕਿਸੇ ਆਗੂ ਨੇ ਗੱਲ ਕਰਨੀ ਤਾਂ ਚੰਡੀਗੜ੍ਹ ਆ ਕੇ ਕਰੇ। ਬੇਨਤੀਜਾ ਬੇਸਿੱਟਾ ਜਿਹੜੀ ਅੱਜ ਦੀ ਬੈਠਕ ਨਿਕਲੀ ਹੈ। ਦੇਖੋ, ਅਸੀਂ ਜਿਹੜੀ ਸ਼ਿਕਾਇਤ ਕਰਨ ਆਏ ਸੀ ਉਹ ਇਹ ਸੀ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਹੁਤ ਖਰਾਬ ਹੈ। ਭਾਰਤੀ ਜਨਤਾ ਪਾਰਟੀ ਪੋਲੀਟੀਕਲ ਐਕਟੀਵਿਟੀਜ਼ ਨਾ ਕਰ ਸਕਣ, ਇਹਦੇ ਵਾਸਤੇ ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈ, ਇਹਨਾਂ ਦੇ ਵਰਕਰ ਵੀ ਵਿਰੋਧ ਕਰ ਰਹੇ ਹਨ, ਔਰ ਇਹ ਜਿਹੜੀ ਹਮਲਾ ਹੋਇਆ ਪ੍ਰਧਾਨ ਤੇ ਉਹ ਵੀ ਇਸੇ ਗੱਲ ਦੀ ਇਸ ਸਾਜ਼ਿਸ਼ ਦਾ ਨਤੀਜਾ ਹੈ। ਸੋ ਅਸੀਂ ਗਵਰਨਰ ਸਾਹਿਬ ਨੂੰ ਕਹਿ ਕੇ ਆਏ ਕਿ ਇਹਦੇ ਬਾਰੇ ਪੂਰੀ ਪੜਤਾਲ ਕਰੋ, ਇੰਡੀਪੈਂਡੈਂਟ ਏਜੰਸੀ ਤੇ ਪੜਤਾਲ ਕਰੋ, ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ। ਜਿਹੜੇ ਲੋਕਾਂ ਨੇ ਹਮਲਾ ਕੀਤਾ ਉਹਨਾਂ ਤੇ ਕਾਰਵਾਈ ਹੋਵੇ। ਤਾਂ ਹੁਣ ਕਿਸਾਨ ਜਿਹੜੇ ਬੇਸਿੱਟਾ ਬੈਠਕ ਨਿਕਲੀ ਹੈ, ਕਿਸਾਨਾਂ ਨੂੰ ਕਿਵੇਂ ਤੁਸੀਂ ਦੇਖਦੇ ਹੋ? ਦੀ ਗੱਲ ਇਹ ਹੈ, ਉਹ ਕੱਲ ਉਹਨਾਂ ਨੇ ਫੈਸਲਾ ਕੀਤਾ ਵੀ ਜਾਣਾ ਸੀ, ਅਸੀਂ ਬੜੇ ਖੁਸ਼ ਹੈ ਵੀ ਚਲੋ ਬੈਠਣਗੇ, ਕੋਈ ਹੱਲ ਨਿਕਲ ਆਏਗਾ। ਲੇਕਿਨ ਉਹ ਤੋਂ ਵਾਪਸ ਆ ਗਏ ਸਿਰਫ ਇੰਨੀ ਗੱਲ ਤੇ ਕਿ ਹਾਲੇ ਮੰਤਰੀ ਨਹੀਂ ਵਿੱਚ ਬੈਠਾ। ਇਹ ਮੈਂ ਸਮਝਦਾ ਅਨਫੋਰਚੂਨੇਟ। ਅਗਰ ਉਹ ਗੱਲ ਕਰਦੇ ਤਾਂ ਸੈਕਟਰੀ ਅਗਰ ਗੱਲ ਸੁਣ ਕੇ ਕੁਝ ਨਤੀਜਾ ਕੱਢਦਾ ਵੀ ਇਹਨਾਂ ਦੀ ਕਿਆ ਡਿਮਾਂਡ ਹੈ ਔਰ ਕਿਸ ਅਫਸਰ ਨੂੰ, ਕਿਹੜੇ ਮੰਤਰੀ ਨੂੰ ਬੁਲਾਣਾ, ਕਿਸ ਨੂੰ ਬੁਲਾਣਾ, ਇਹਨਾਂ ਦੀ ਮੀਟਿੰਗ ਉਹਨਾਂ ਨਾਲ ਵੀ ਕਰਾ ਸਕਦਾ ਸੀ। ਲੇਕਿਨ ਕਿਸਾਨ ਇਹ ਕਹਿ ਰਹੇ ਨੇ ਕਿ ਸਿਰਫ ਕਾਨੂੰਨ ਬਾਰੇ ਸਮਝਾਇਆ ਜਾ ਰਿਹਾ, ਅਸੀਂ ਤਾਂ ਕਹਿ ਰਹੇ ਹਾਂ ਕਿ ਕਾਨੂੰਨ ਵਾਪਸ ਲਿੱਤਾ ਜਾਵੇ। ਕੀ ਕੋਈ ਆਪਸ਼ਨ ਹੈ ਕਾਨੂੰਨ ਵਾਪਸ ਲਿੱਤਾ ਜਾ ਸਕਦਾ ਜਾਂ ਸਰਕਾਰ ਨੇ ਰਸਤੇ ਬੰਦ ਹੈ, ਕਾਨੂੰਨ ਵਾਪਸ ਨਹੀਂ? ਰਸਤੇ ਸਰਕਾਰ ਦੇ ਕਦੇ ਬੰਦ ਨਹੀਂ ਹੁੰਦੇ ਔਰ ਕੋਈ ਸਰਕਾਰ ਰਸਤੇ ਬੰਦ ਕਰਕੇ ਫੈਸਲੇ ਨਹੀਂ ਕਰਦੀ। ਕਹਿੰਦਾ ਮੈਨੂੰ ਆਪਣੀ ਪਾਰਟੀ ਦੀ ਸਰਕਾਰ ਮੋਦੀ ਸਾਹਿਬ ਦਾ ਪਤਾ ਹੈ, ਉਹ ਕਦੇ ਰਸਤੇ ਬੰਦ ਕਰਕੇ ਨਹੀਂ ਬੈਠਦੇ। ਲੇਕਿਨ ਅਗਲਾ ਸਟੈਪ ਕੀ ਹੋਏਗਾ? ਹੁਣ ਕਿਸਾਨ ਦਿੱਲੀ ਨਹੀਂ ਜਾਣਗੇ, ਕੀ ਸੈਂਟਰ ਦੇ ਮੰਤਰੀ ਚੰਡੀਗੜ੍ਹ ਆਣਗੇ? ਪਹਿਲੇ ਵੀ ਇਹਨਾਂ ਦੀ ਇਹੀ ਡਿਮਾਂਡ ਸੀ ਕਿ ਅਸੀਂ ਨਹੀਂ ਜਾਣਾ, ਅਸੀਂ ਤਾਂ ਜਾਵਾਂਗੇ ਜਾਂ ਕਾਨੂੰਨ ਵਾਪਸ ਆਉਣਗੇ। ਆਖਰ ਟੇਬਲ ਤੇ ਤਾਂ ਬੈਠ ਕੇ ਮਸਲਾ ਹੱਲ ਹੋਣਾ। ਟੇਬਲ ਤੇ ਨਹੀਂ ਬੈਠੇ ਜਾਂ ਉੱਠ ਕੇ ਆ ਗਏ, ਨਾਰੇ ਮਾਰ ਕੇ ਆ ਗਏ, ਇਹ ਬੜੀ ਬਦਕਿਸਮਤੀ ਹੈ। ਇਹਦਾ ਪੰਜਾਬ ਨੂੰ ਵੀ ਨੁਕਸਾਨ ਹੈ, ਇਹਦਾ ਪੰਜਾਬੀਆਂ ਨੂੰ ਵੀ ਨੁਕਸਾਨ ਹੈ, ਇਹਦਾ ਕਿਸਾਨਾਂ ਨੂੰ ਵੀ ਨੁਕਸਾਨ ਹੈ ਜੀ ਪੰਕਜ। ਔਰ ਪੰਜਾਬ ਸਰਕਾਰ ਵੀ ਚਾਹੁੰਦੀ ਵੀ ਇਹ ਮੀਟਿੰਗ ਹੋਵੇ। ਪੰਜਾਬ ਸਰਕਾਰ ਦੇ ਮੰਤਰੀਆਂ ਨੇ ਜਦੋਂ ਫੈਸਲਾ ਕੀਤਾ ਜਾਣਾ, ਕੱਲੇ ਬਿਆਨ ਦਿੱਤਾ ਵੀ ਅਸੀਂ ਤਾਂ ਲੇਕਿਨ ਕੋਈ ਸੋਧ ਕੀਤਾ ਜਾ ਸਕਦਾ ਹੈ? ਉਹ ਕਿਸਾਨ ਤਾਂ ਕਹਿ ਰਹੇ ਸਿਰਫ ਸਮਝਾਇਆ ਜਾ ਰਿਹਾ ਕਾਨੂੰਨ। ਨਹੀਂ, ਸੋਧ ਦੀ ਲੋੜ ਨਹੀਂ ਹੈ। ਸੋਧ ਹੀ ਸੋਧ ਹੈ। ਸੋਧ ਤਾਂ ਜਦ ਬੈਠਾਂਗੇ, ਅਗਰ ਕੋਈ ਗੱਲ ਇਹਨਾਂ ਦੀ ਠੀਕ ਲੱਗੂਗੀ ਤਾਂ ਸਰਕਾਰ ਤੋਂ ਹੈ ਜਿਹੜੀ ਹਰ ਵਕਤ ਵਿਚਾਰ ਕਰਨ ਤੇ ਤਿਆਰ ਹੋਵੇ। ਅਗਰ ਇਹਨਾਂ ਦਾ ਕੋਈ ਸੁਝਾਅ ਚੰਗਾ ਲੱਗੂਗਾ ਤਾਂ ਕਿਉਂ ਨਹੀਂ ਮੰਨੇਗੀ ਸਰਕਾਰ? ਅਗਰ ਕੋਈ ਹੁਣ ਮੰਤਰੀ ਜਿਹੜੇ ਨੇ ਉਹ ਚੰਡੀਗੜ੍ਹ ਆ ਸਕਦੇ ਨੇ, ਮੰਤਰੀ ਚੰਡੀਗੜ੍ਹ ਆ ਸਕਦੇ ਨੇ। ਕੋਈ ਵੀ ਕਾਨੂੰਨ ਜਿਹੜਾ ਬਣਦਾ
ਉਹ ਜਨਤਾ ਦੀ ਭਲਾਈ ਵਾਸਤੇ ਬਣਦਾ। ਇਹ ਕਾਨੂੰਨ ਜਿਹੜੇ ਬਣੇ ਕਿਸਾਨ ਦੀ ਭਲਾਈ ਵਾਸਤੇ ਬਣਿਆ। ਹੁਣ ਕਿਸਾਨ ਦੀ ਭਲਾਈ ਜਿਹੜੀ ਹੋ ਰਹੀ ਹੈ, ਉਹ ਵਾਲੇ ਕਿਸਾਨ ਕਹਿੰਦੇ ਸਾਨੂੰ ਭਲਾਈ ਦੀ ਲੋੜ ਹੀ ਨਹੀਂ ਹੈ। ਫਿਰ ਦੱਸੋ ਉਹਨੂੰ ਕੌਣ ਸਮਝਾਵੇ? ਤਾਂ ਮੰਤਰੀ ਚੰਡੀਗੜ੍ਹ ਆ ਸਕਦੇ ਆ ਹੁਣ, ਕਿਉਂਕਿ ਕਿਸਾਨ ਮੰਤਰੀ ਚੰਡੀਗੜ੍ਹ ਆਊਗਾ ਨਹੀਂ ਆਊਗਾ, ਮੈਂ ਕੌਣ ਫੈਸਲਾ ਕਰਨ ਵਾਲਾ? ਆਈ ਐਮ ਨਾਟ ਦੀ ਨੈਸ਼ਨਲ। ਪੰਜਾਬ ਬੀਜੇਪੀ ਦੇ ਲੀਡਰ, ਸੀਨੀਅਰ ਲੀਡਰ ਹੋਣ ਦੇ ਨਾਤੇ ਤੁਸੀਂ ਹੁਣ ਕੀ ਕਰੋਗੇ? ਕੋਈ ਪੁੱਲ ਦਾ ਕੰਮ ਕਰੋਗੇ? ਮੈਂ ਤਾਂ ਇਹਨਾਂ ਨੂੰ ਇਹ ਕਹੂੰਗਾ ਵੀ ਜਾ ਕੇ ਤੁਸੀਂ ਗੱਲ ਕਰੋ, ਮੈਂ ਨਾਲ ਚੱਲਦਾ, ਮੈਂ ਨਾਲ ਜਾਣ ਨੂੰ ਤਿਆਰ ਹਾਂ। ਪਰ ਇਹ ਜਾਣ ਦਾ ਜਿਹੜਾ ਤਰੀਕਾ ਤਾਂ ਗਲਤ ਹੋ ਗਿਆ। ਪਰ ਤੁਹਾਨੂੰ ਨਹੀਂ ਲੱਗਦਾ ਅੱਜ ਵੀ ਭਾਜਪਾ ਦੇ ਆਗੂਆਂ ਨੂੰ ਨਾਲ ਜਾਣਾ ਚਾਹੀਦਾ ਸੀ? ਪੰਜਾਬ ਭਾਜਪਾ ਅਗਰ ਉਹ ਮੰਨਦੇ ਤਾਂ ਅਸੀਂ ਚੱਲਦੇ। ਉਹਨਾਂ ਤਾਂ ਸਾਨੂੰ ਕਹਿਣ ਵੀ ਚੱਲੋ ਨਾਲ। ਦੇਖੋ ਨਾ, ਜੇ ਉਹ ਗਏ ਹੈ, ਉਹ 2-4 ਬੰਦਿਆਂ ਨੂੰ ਲੈ ਜਾਂਦੇ ਨਾਲ ਤਾਂ ਸ਼ਾਇਦ ਕੋਈ ਫਾਇਦਾ ਹੋ ਜਾਂਦਾ। ਤਾਂ ਗੌਰਵ ਸਾਹਿਬ ਤੋਂ ਤੇ ਮਿੱਤਲ ਸਾਹਿਬ ਕਹਿ ਰਹੇ ਨੇ ਕਿ ਕਿਸਾਨਾਂ ਦੇ ਨਾਲ ਚੱਲਣ ਨੂੰ ਤਿਆਰ ਨੇ। ਅਗਰ ਤੁਹਾਡਾ ਵੀ ਕੋਈ ਸਵਾਲ ਹੈ ਤਾਂ ਮਿੱਤਲ ਸਾਹਿਬ ਤੋਂ ਪੁੱਛ ਸਕਦੇ। ਜੀ ਪੰਕਜ, ਤੁਸੀਂ ਮਿੱਤਲ ਸਾਹਿਬ ਤੋਂ ਆਲਰੇਡੀ ਜਿਹੜੀਆਂ ਚੀਜ਼ਾਂ ਪੁੱਛੀਆਂ ਨੇ, ਅਸੀਂ ਕੋਸ਼ਿਸ਼ ਕਰਾਂਗੇ ਹੁਣ ਕਿਸਾਨ ਆਗੂਆਂ ਤੋਂ ਜ਼ਰੂਰ ਉਸ ਬਾਰੇ ਵਿਚਾਰ ਕਰ ਸਕੀਏ। ਮਿੱਤਲ ਸਾਹਿਬ ਦਾ, ਪੰਕਜ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਅਸੀਂ ਇਸ ਚਰਚਾ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜੋ ਮਿੱਤਲ ਸਾਹਿਬ ਕਹਿ ਰਹੇ ਨੇ, ਜੋ ਬੀਜੇਪੀ ਦੇ ਆਗੂ ਕਹਿ ਰਹੇ ਨੇ, ਉਸ ਦੇ ਉੱਤੇ ਚਰਚਾ ਹੋ ਸਕੇ। ਮੈਂ ਤਾਰੁਕ ਕਰਵਾਦਮਾ, ਜਿਹੜੇ ਮਹਿਮਾਨ ਸਾਡੇ ਨਾਲ ਜੁੜ ਰਹੇ ਨੇ। ਪੰਕਜ, ਤੁਹਾਡਾ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਸਾਡੇ ਨਾਲ ਹਰਜੀਤ ਸਿੰਘ ਗਰੇਵਾਲ ਜੀ ਨੇ, ਜੋ ਕਿ ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਸਾਡੇ ਨਾਲ ਸਵਰਨ ਸਿੰਘ ਪੰਧੇਰ ਜੀ ਨੇ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਰਿਪਰੈਜ਼ੈਂਟ ਕਰਨਗੇ। ਤੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਬਲਬੀਰ ਸਿੰਘ ਰਾਜੇਵਾਲ ਜੀ ਜੁੜ ਚੁੱਕੇ ਨੇ। ਰਾਜੇਵਾਲ ਸਾਹਿਬ ਦਿੱਲੀ ਵਾਲੀ ਮੀਟਿੰਗ ਦੇ ਵਿੱਚ ਮੌਜੂਦ ਸੀ। ਇੱਕ ਤਰੀਕੇ ਨਾਲ ਕਹਿ ਸਕਦੇ ਹੋ ਕਿ ਜਿਹੜੀ 7 ਮੈਂਬਰੀ ਕਮੇਟੀ ਸੀ ਉਸ ਨੂੰ ਲੀਡ ਕਰ ਰਹੇ ਸੀ ਰਾਜੇਵਾਲ ਸਾਹਿਬ। ਰਾਜੇਵਾਲ ਸਾਹਿਬ, ਸਵਾਗਤ ਹੈ ਤੁਹਾਡਾ। ਮੈਂ ਸ਼ੁਰੂਆਤ ਤੁਹਾਡੇ ਤੋਂ ਹੀ ਕਰਨ ਜਾ ਰਿਹਾ। ਬੀਜੇਪੀ ਦੇ ਆਗੂ ਪੰਜਾਬ ਦੇ ਵਿੱਚ ਕਹਿ ਰਹੇ ਨੇ ਕਿ ਜਲਦਬਾਜ਼ੀ ਕਰ ਗਏ ਤੁਸੀਂ। ਜਿਹੜੀ ਉੱਥੇ ਮੀਟਿੰਗ ਸੀਗੀ, ਥੋੜੀ ਦੇਰ ਬੈਠਦੇ ਸੁਣਦੇ ਗੱਲ ਆਪਣੀ ਦੱਸਦੇ, ਬਹੁਤ ਜਲਦਬਾਜ਼ੀ ਕਰਤੀ ਤੁਸੀਂ ਵਾਕਆਊਟ ਕਰਕੇ। ਜਲਦਬਾਜ਼ੀ ਕਹਿਣਗੇ ਇਹਨਾਂ ਨੇ ਐਡਾ ਵੱਡਾ ਕੋਈ ਧੋਖਾ ਕੀਤਾ ਕਿਸਾਨੀ ਨਾਲ, ਇਹਨਾਂ ਨੇ ਬਦਕਲਾਮੀ ਕੀਤੀ ਹੈ, ਕਿਸਾਨੀ ਦੀ ਬੇਇੱਜ਼ਤੀ ਕੀਤੀ ਹੈ। ਸਾਨੂੰ ਰੋਜ਼ ਮਿੰਨਤਾਂ ਕਰਦੇ ਰਹੇ, ਜਾਓ ਅਸੀਂ ਐਕਸੈਪਟ ਕਰ ਲਈ। ਅਸੀਂ ਇਹਨਾਂ ਨੂੰ ਇੱਕ ਮੇਲ ਕੀਤੀ, ਦੱਸੇ ਤੇ ਕੋਈ ਮੰਤਰੀ ਹੋਊਗਾ। ਅੱਜ ਉੱਥੇ ਫਿਰ ਸੈਕਟਰੀ ਬੈਠਾ, ਮੇਰੀ ਗੱਲ ਦਾ ਜਵਾਬ ਨਹੀਂ ਦੇ ਸਕਿਆ। ਮੈਂ ਉਹਨੂੰ ਕਿਹਾ ਵੀ ਇੱਕ ਪਾਸੇ ਤਾਂ ਸਾਨੂੰ ਇੱਥੇ ਗੱਲਬਾਤ ਨੂੰ ਸੱਦਦੇ ਨੇ, ਦੂਏ ਪਾਸੇ ਪੰਜਾਬ 'ਚ ਮਿਨਿਸਟਰ ਭੱਜੇ ਫਿਰਦੇ ਨੇ, ਸਾਡੇ ਨਾਲ ਤਾਂ ਉੱਥੇ ਹੀ ਗੱਲ ਕਰ ਲੈਂਦੇ। ਅਸੀਂ ਬੱਸ ਕਰਕੇ ਸਪੈਸ਼ਲ ਇਹ ਸਾਰੇ ਜਿੰਨੇ ਬੀਜੇਪੀ ਵਾਲੇ ਨੇ ਇਹ ਸਿਰੇ ਦੇ ਝੂਠੇ। ਅਸੀਂ ਹੁਣ ਰੱਜ ਕੇ ਇਹਨਾਂ ਦੇ ਖਿਲਾਫ ਬੰਨਾਂਗੇ। ਇਹ ਕਦੇ ਇਹਨਾਂ ਦਾ ਚੁੱਕ ਜਿਹਾ ਕਹਿੰਦੇ ਲਾਸ਼ਾਂ ਹੋਣਗੀਆਂ, ਪ੍ਰਵੋਕ ਕਰਦੇ ਨੇ ਕਿਸਾਨਾਂ ਨੂੰ। ਇਹਨਾਂ ਦਾ ਪ੍ਰਧਾਨ ਕਹਿੰਦਾ ਜਿਹੜੇ ਕਿਸਾਨ ਨੇ ਉਹ ਬੇਵਕੂਫ ਨੇ। ਇਹਦਾ ਮਤਲਬ ਕਿਸਾਨ ਪਾਗਲ ਹੋ ਗਏ। ਮੈਨੂੰ ਲੱਗਦਾ ਵੀ ਤਾਕਤ ਦੇ ਨਸ਼ੇ 'ਚ ਸਾਰੇ ਪਾਗਲ ਹੋ ਗਏ। ਬੀਜੇਪੀ ਦਾ ਇੱਕ ਵੀ ਬੰਦੇ ਨੂੰ ਕੋਈ ਅਕਲ ਦਾ ਦੀ ਚੀਜ਼ ਨਹੀਂ ਹੈ। ਅਸੀਂ 50 ਬੰਦੇ ਬੱਸਾਂ ਕਰਕੇ, ਕਾਰਾਂ ਕਰਕੇ ਉੱਥੇ ਪਹੁੰਚੇ, ਸਾਰੀ ਰਾਤ ਝਾਕ ਕੇ ਉੱਥੇ ਜਾਂਦੇ ਨੂੰ ਸਾਡੀ ਗੱਲ ਦਾ ਇੱਕ ਦਾ ਵੀ ਜਵਾਬ ਨਹੀਂ। 1.5 ਘੰਟਾ ਉੱਥੇ ਮਗਜ ਮਾਰਿਆ ਸੈਕਟਰੀ ਨਾਲ। ਇਹ ਕਹਿੰਦੇ ਜਲਦਬਾਜ਼ੀ ਕਰਕੇ। ਕਿਉਂ ਨਾ ਵਾਕਆਊਟ ਕਰੀਏ ਜੀ? ਇੱਥੇ ਇੱਕ ਪਾਸੇ ਤਾਂ ਪੈਰਲਲ ਕੰਪੇਨ ਚਲਾ ਰਹੇ ਨੇ ਲੋਕਾਂ ਨੂੰ ਪ੍ਰਵੋਕ ਕਰਨ ਵਾਸਤੇ। ਬਿਠਾ ਕੇ ਬੀਜੇਪੀ ਦੇ ਵਰਕਰਾਂ ਜਿਹਨਾਂ ਨੂੰ ਖੇਤੀ ਦੀ ABC ਨਹੀਂ ਪਤਾ, ਉਹਨਾਂ ਨੂੰ ਕਿਸਾਨ ਸ਼ੋਅ ਕਰਦੇ ਨੇ। ਇਹ ਤਾਂ ਬਹੁਤ ਬੜੇ ਧੋਖੇਬਾਜ਼ ਨੇ। ਅਸੀਂ ਨੈਸ਼ਨਲ ਲੈਵਲ ਤੇ ਇਹਨੂੰ ਲੈ ਕੇ ਜਾਵਾਂਗੇ ਅੰਦੋਲਨ ਨੂੰ, ਦੇਖਾਂਗੇ ਉਹਨੇ ਕੀ ਕਰਦੇ ਨੇ। ਰਾਜੇਵਾਲ ਸਾਹਿਬ, ਪੰਜਾਬ ਬੀਜੇਪੀ ਦੇ ਲੀਡਰ ਕਹਿੰਦੇ ਨੇ ਕਿ ਅਸੀਂ ਤਾਂ ਨਾਲ ਜਾਣ ਨੂੰ ਤਿਆਰ ਸੀ ਦਿੱਲੀ, ਕਿਉਂਕਿ ਮੇਰੇ ਸਹਿਯੋਗੀ ਪੰਕਜ ਨੇ ਸਵਾਲ ਪੁੱਛਿਆ ਮਦਨ ਮੋਹਨ ਮਿੱਤਲ ਨੂੰ ਕਿ ਤੁਸੀਂ ਨਾਲ ਜਾਂਦੇ। ਕਹਿੰਦੇ ਉਹ ਮੰਨਣ ਤਾਂ ਨਾ, ਅਸੀਂ ਤਾਂ ਲੈ ਕੇ ਜਾਣ ਨੂੰ ਤਿਆਰ ਹਾਂ, ਪਰ ਉਹ ਸਾਨੂੰ ਗੱਲ ਹੀ ਨਹੀਂ ਕਰਦੇ। ਇਹ ਗੱਲ ਨੂੰ 1.5 ਦਿਨ ਵਾਸਤੇ ਤਾਂ ਨਹੀਂ ਗੱਲਾਂ ਕਰਦੇ ਨੇ। ਰੋਜ਼ ਇਹਨਾਂ ਦੇ ਟੀਵੀ ਤੇ ਬੈਲੈਂਸ ਦੇਖੋ। ਹਲੇ ਪਰਸੋਂ ਇੱਕ ਚੈਨਲ ਤੇ ਬੈਠੇ ਲਿਵਿੰਗ ਇੰਡੀਆ ਨਿਊਜ਼ ਤੇ ਹਰਜੀਤ ਸਿੰਘ ਗਰੇਵਾਲ ਮੇਰੇ ਮਿੱਤਰ ਨੇ, ਮੈਨੂੰ ਇੰਨਾ ਗੁੱਸਾ ਆਇਆ। ਮੈਂ ਜਦੇ ਇਹਨਾਂ ਦੇ ਇੱਕ ਮੰਤਰੀ ਨੂੰ ਟੈਲੀਫੋਨ ਕੀਤਾ, ਉਹ ਸਾਨੂੰ ਚੈਲੰਜ ਕਰਦੇ ਨੇ, ਆਉਣਾ ਉਹ ਨਹੀਂ ਆਉਣਾ ਨਾ ਆਓ, ਤੇ ਅਸੀਂ ਨਹੀਂ ਇਹ ਕਾਨੂੰਨ ਵਾਪਸ ਕਰਨੇ। ਉਹਦੇ ਬਾਅਦ ਅਕਾਲੀ ਇਹਦੀ ਮਦਦ ਤੇ ਆਏ। ਅਕਾਲੀਆਂ ਨੇ 15 ਮਿੰਟ ਹੋਰ ਰੋਲ ਘਚੋਲਾ ਪਾਇਆ। ਫਿਰ ਮੈਂ ਅਕਾਲੀਆਂ ਦੇ ਲੀਡਰਾਂ ਨੂੰ ਟੈਲੀਫੋਨ ਕੀਤਾ ਵੀ ਤਾਂ ਹੀ ਕਹਿੰਦੇ ਨੇ ਲੋਕ ਵੀ ਤੁਸੀਂ ਬੀਜੇਪੀ ਨਾਲ ਰਲੇ ਹੋਏ ਹੋ। ਉਹ ਅਸਲੀ ਮੁੱਦਾ ਜਿਹੜੀ ਉਹਦਾ ਗਰੇਵਾਲ ਦੇ ਮੂੰਹ ਨਿਕਲ ਗਈ ਗੱਲ, ਉਹਨੂੰ ਛੁਪਾਉਣ ਵਾਸਤੇ 15 ਮਿੰਟ ਦਾ ਰੋਲ ਘਚੋਲਾ ਪਾਈ ਜਾਂਦਾ ਹੈ। ਉਹ ਕਹਿੰਦਾ ਮੈਂ ਉਹਨੂੰ ਮੈਸੇਜ ਕਰਦਾ। ਫਿਰ ਇਹ ਜਵਾਬ ਨਹੀਂ ਦੇ ਸਕੇ, ਫਿਰ ਆਪਣੀ ਗੱਲ ਬਦਲ ਕੇ ਨਹੀਂ ਕਿਸਾਨਾਂ ਦਾ ਬਹੁਤ ਪਿਆਰ ਹੈ, ਇਹ ਤਾਂ ਹਰਜੀਤ ਸਿੰਘ ਗਰੇਵਾਲ ਕਰਨ ਲੱਗੇ। ਇਹਦਾ ਮਤਲਬ ਇਹਨਾਂ ਨੂੰ ਕਿਸਾਨਾਂ ਨਾਲ ਕੋਈ ਪਿਆਰ ਨਹੀਂ ਹੈ। ਇਹ ਐਂਟੀ ਫਾਰਮਰ ਪਾਰਟੀ ਹੈ। ਅਸੀਂ ਹੁਣ ਹਰ ਢਿੱਲ ਲਾਵਾਂਗੇ ਇਹਨਾਂ ਨੂੰ ਸਬਕ ਸਿਖਾਉਣ ਦਾ। ਜਿਹੜੀ ਅੱਜ ਇਹਨਾਂ ਨੇ ਬੇਇੱਜ਼ਤੀ ਕੀਤੀ ਹੈ ਨਾ ਕਿਸਾਨਾਂ ਦੀ, ਕਦੇ ਸੋਚੀ ਤੱਕ ਵੀ ਨਹੀਂ ਸੀ, ਦਿਮਾਗ 'ਚ ਨਹੀਂ ਸੀ। ਮੈਂ ਬੁੜਾ ਹੋ ਗਿਆ, ਇੰਨੀ ਬੇਇੱਜ਼ਤੀ ਕਦੇ ਸੋਚੀ ਨਹੀਂ ਸੀ ਵੀ ਇਹ ਕਰਨਗੇ ਕਿਸਾਨਾਂ ਦੀ। ਰਾਜੇਵਾਲ ਸਾਹਿਬ, ਸਾਡੇ ਨਾਲ ਫੋਨ ਲਾਈਨ ਤੇ ਬਣੇ ਰਹੋ। ਹਰਜੀਤ ਸਿੰਘ ਗਰੇਵਾਲ ਜੀ ਮੇਰੇ ਨਾਲ ਨੇ, ਮੈਂ ਇੱਕ ਵਾਰ ਉਹਨਾਂ ਨਾਲ ਵੀ ਗੱਲ ਕਰ ਲਾਂ। ਮੈਂ ਤੁਹਾਡੇ ਕੋਲ ਵਾਪਸ ਆਵਾਂਗਾ। ਗਰੇਵਾਲ ਸਾਹਿਬ, ਤੁਹਾਡਾ ਰਿਐਕਸ਼ਨ ਇੱਥੇ ਬਹੁਤ ਜ਼ਰੂਰੀ ਹੈ। ਬੀਜੇਪੀ ਦੇ ਉੱਤੇ ਸਿੱਧੇ ਇਲਜ਼ਾਮ ਨੇ, ਖਾਸ ਤੌਰ ਤੇ ਪੰਜਾਬ ਬੀਜੇਪੀ ਦੇ ਲੀਡਰਾਂ ਦੇ ਉੱਤੇ, ਕਿ ਤੁਸੀਂ ਕੋਈ ਗੱਲਾਂ ਜਿਹੜੀਆਂ ਕਰ ਰਹੇ ਹੋ ਕਿਸਾਨ ਹਿਤੈਸ਼ੀ ਨਹੀਂ ਨੇ। ਗਰੇਵਾਲ ਸਾਹਿਬ ਗਰੇਵਾਲ ਸਾਹਿਬ, ਆਵਾਜ਼ ਆ ਰਹੀ ਹੈ ਮੇਰੀ? ਇਸ ਤਰ੍ਹਾਂ ਗੌਰਵ ਜੀ,
ਹਾਂ ਜੀ। ਆਵਾਜ਼ ਆ ਰਹੀ ਹੈ। ਹਾਂਜੀ ਹਾਂਜੀ ਸਰ। ਗੌਰਵ ਜੀ ਰਾਜੇਵਾਲ ਜੀ ਨੂੰ ਗੁੱਸਾ ਹੈਗਾ, ਇਹ ਮੇਰੇ ਤਾਂ ਬੜੇ ਸਤਿਕਾਰਯੋਗ ਆ, ਪਰ ਇਹਦੇ ਚ ਗੱਲ ਇੱਕ ਆ ਕਿ ਕੀ ਮੈਨੂੰ ਇਹ ਦੱਸੋ ਕਿ ਜੇ ਮੈਂ ਸੱਚ ਬੋਲਾਂ ਤਾਂ ਉਹ ਕੋਈ ਗੁਨਾਹ? ਮੈਂ ਸੱਚੀ ਗੱਲ ਕੀਤੀ। ਉਹ ਕੀ ਗੱਲ ਕੀਤੀ, ਮੈਨੂੰ ਪੁੱਛਿਆ ਗਿਆ ਕਿ ਇਹ ਜਿਹੜੇ ਕਾਨੂੰਨ ਨੇ ਰੱਦ ਹੋ ਜਾਣਗੇ। ਮੈਂ ਕਿਹਾ ਵੀ ਕੇਂਦਰ ਸਰਕਾਰ ਨੇ ਇਹ ਕਾਨੂੰਨ ਕਿਸਾਨਾਂ ਦੇ ਹਿੱਤ ਚ ਬਣਾਏ ਨੇ, ਇਸ ਕਰਕੇ ਕੇਂਦਰ ਸਰਕਾਰ ਇਹਨਾਂ ਨੂੰ ਰੱਦ ਤਾਂ ਨਹੀਂ ਕਰੇਗੀ, ਪਰ ਕਿਸਾਨ ਲੀਡਰਾਂ ਨਾਲ, ਨੇਤਾਵਾਂ ਨਾਲ ਗੱਲਬਾਤ ਕਰਕੇ ਉਹਦੀਆਂ ਜੋ ਮਦਾਂ ਤਬਦੀਲ ਕਰਨ ਵਾਲੀਆਂ ਹੋਣਗੀਆਂ, ਤਰਮੀਮ ਹੋ ਸਕਦੀ, ਉਹ ਤਾਂ ਹੋ ਸਕਦੀ ਹੈ। ਜੇ ਮੁੱਢੋਂ ਹੀ ਅਸੀਂ ਕਹੀਏ ਰੱਦ ਹੋਣਗੇ, ਉਹ ਨਹੀਂ ਹੋਣੇ। ਤਾਂ ਇਸ ਗੱਲ ਤੇ ਕੀ ਹੋਇਆ ਕਿ ਮੇਰੇ ਖਿਲਾਫ ਬਲਾ ਹੋ ਹੱਲਾ ਹੋ ਗਿਆ। ਹੁਣ ਮੈਂ ਤਾਂ ਸੱਚੀ ਗੱਲ ਕੀਤੀ, ਔਰ ਇਹਦੇ ਚ ਗੱਲ ਇਹ ਹੈਗੀ ਆ ਕਿ ਮੈਂ ਦਿਲੋਂ ਚਾਹੁੰਦਾ ਕਿ ਕਿਸਾਨਾਂ ਦੀ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਐਡਰੈਸ ਕੀਤਾ ਜਾਵੇ, ਔਰ ਜਿਹੜੀ ਇਹਦੇ ਛੋਟੀ ਮੋਟੀਆਂ ਤਰਮੀਮਾਂ ਕਰਨ ਵਾਲੀਆਂ ਨੇ ਉਹ ਜ਼ਰੂਰ ਕੀਤੀਆਂ ਜਾਣ, ਔਰ ਕਿਸਾਨ ਆਗੂਆਂ ਨੂੰ ਸੰਤੁਸ਼ਟ ਕੀਤਾ ਜਾਵੇ। ਔਰ ਗਰੇਵਾਲ ਸਾਹਿਬ ਤੁਹਾਡੇ ਲੀਡਰ ਪ੍ਰਵੋਕ ਕਰਦੇ ਨੇ, ਰਾਜੇਵਾਲ ਸਾਹਿਬ ਕੀ ਕਹਿ ਰਹੇ ਸੀ ਕਿ ਤੁਹਾਡੇ ਲੀਡਰ ਪ੍ਰਵੋਕ ਕਰਦੇ ਨੇ, ਜਿਹੇ ਜਿਹੇ ਬਿਆਨ ਦਿੰਦੇ ਨੇ ਉਸ ਤਰੀਕੇ ਦੇ ਬਿਆਨ ਉਹਨਾਂ ਨੂੰ ਨਹੀਂ ਦੇਣੇ ਚਾਹੀਦੇ। ਤੇ ਦੂਜਾ ਇਹ ਵੀ ਬਾਰ-ਬਾਰ ਇਹੀ ਸਵਾਲ ਉੱਠਦਾ ਹੈ ਕਿ ਤੁਸੀਂ ਮੰਤਰੀਆਂ ਨੂੰ ਕਿਉਂ ਲਿਆ ਕੇ ਕਿਸਾਨਾਂ ਦੇ ਨਾਲ ਨਹੀਂ ਬਿਠਾਉਂਦੇ? ਕਿੰਨੀ ਵੱਡੀ ਗੱਲ ਹੈ ਕਿਸੇ ਮੰਤਰੀ ਦੇ ਨਾਲ। ਜਦੋਂ ਇਲੈਕਸ਼ਨ ਹੋਏਗੀ 2024 ਦੇ ਵਿੱਚ, ਕੀ ਜਿਹੜੇ ਮੰਤਰੀ ਨੇ ਉਹ ਲੋਕਾਂ ਕੋਲ ਵੋਟ ਮੰਗਣ ਨਹੀਂ ਜਾਣਗੇ? ਕੀ ਸੋਮ ਪ੍ਰਕਾਸ਼ ਜੀ ਪੰਜਾਬ ਦੇ ਵਿੱਚ ਵੋਟਾਂ ਨਹੀਂ ਮੰਗਣਗੇ? ਗੌਰਵ ਜੀ ਗੱਲ ਤਾਂ ਸੁਣ ਲਓ ਮੇਰੀ। ਅਸੀਂ ਜਿਹੜੀ ਗੱਲ ਕੀਤੀ ਸੀ ਉੱਪਰ, ਉਹਦੇ ਚ ਇਹ ਸੀਗਾ ਕਿ ਪਹਿਲਾਂ ਜਿਹੜੀਆਂ ਮਦਾਂ ਦੇ ਉੱਪਰ ਨਹੀਂ ਸਹਿਮਤੀ ਬਣਦੀ, ਉਹ ਅਫੀਸਰ ਨਾਲ ਬੈਠ ਕੇ ਸੌਟ ਆਊਟ ਕਰ ਲਏ ਕਿਸਾਨਾਂ ਦੀ ਇੱਕ ਟੀਮ, ਉਸ ਤੋਂ ਬਾਅਦ ਮੰਤਰੀਆਂ ਨਾਲ ਬੈਠ ਕੇ, ਤਾਂ ਕਿ ਕੋਈ ਉਹਦਾ ਨਤੀਜਾ ਨਿਕਲਿਆ ਹੋਵੇ, ਬੈਠਕ ਮੀਟਿੰਗ ਜਿਹੜੀ ਆ ਉਹ ਬੇਨਤੀਜਾ ਨਾ ਹੋਵੇ। ਇਹ ਉਹਨਾਂ ਨੇ ਸਾਨੂੰ ਕਿਹਾ ਸੀ, ਅਸੀਂ ਵੀ ਇਹੀ ਕਨਵੇ ਕੀਤਾ ਸੀ। ਔਰ ਇਹਦੇ ਚ ਜੇ ਮੇਰੀ ਕਿਸੇ ਗੱਲ ਨਾਲ ਕਿਸਾਨ ਲੀਡਰਾਂ ਨੂੰ, ਰਾਜੇਵਾਲ ਜੀ ਨੂੰ ਕੋਈ ਤਕਲੀਫ ਪਹੁੰਚੀ ਹੋਵੇ, ਦੁੱਖ ਹੋਵੇ, ਤਾਂ ਮੈਂ ਉਹਦੇ ਲਈ ਮਾਫੀ ਜ਼ਰੂਰ ਮੰਗਦਾ। ਨਹੀਂ ਗਰੇਵਾਲ ਸਾਹਿਬ ਠੀਕ, ਕਿਸਾਨ ਸਾਡਾ ਅੰਨਦਾਤਾ, ਠੀਕ ਹੈ ਗਰੇਵਾਲ ਸਾਹਿਬ ਦੀ ਵਜ੍ਹਾ ਕਰਕੇ ਵੀ ਜੇ ਕੁਝ ਤਾਂ ਮੈਂ ਬੀਜੇਪੀ ਦੀ ਤਰਫੋਂ ਵੀ ਮਾਫੀ ਮੰਗਦਾ। ਨਹੀਂ ਗਰੇਵਾਲ ਸਾਹਿਬ, ਜੇਕਰ ਕਿਸਾਨ ਕਹਿਣ ਕਿ ਠੀਕ ਹੈ ਤੁਸੀਂ ਸਾਡੇ ਜਿਹੜੇ ਪ੍ਰਦਰਸ਼ਨ ਦੇ ਕਰ ਰਹੇ ਨੇ ਨਾ ਪ੍ਰਦਰਸ਼ਨ, ਉਹਨਾਂ ਦੇ ਨਾਲ ਬੀਜੇਪੀ ਦੇ ਅਧਿਕਾਰੀ ਜਾਂ ਸਰਕਾਰ ਦੇ ਅਧਿਕਾਰੀ ਗੱਲ ਕਰ ਲੈਣ, ਜਦੋਂ ਮੰਤਰੀਆਂ ਵਾਲੀ ਗੱਲ ਹੋਏਗੀ ਉਦੋਂ ਰਾਜੇਵਾਲ ਸਾਹਿਬ ਨੂੰ ਭੇਜਾਂਗੇ, ਡਾਕਟਰ ਦਰਸ਼ਨਪਾਲ ਨੂੰ ਭੇਜਾਂਗੇ ਜਾਂ ਪੰਧੇਰ ਸਾਹਿਬ ਜਾਣਗੇ। ਤੁਹਾਨੂੰ ਲੱਗਦਾ ਕਿ ਇਹ ਪੋਸੀਬਿਲਿਟੀ ਹੋਏਗੀ ਕਿ ਉਹ ਕਹਿ ਦੇਣ ਕਿ ਠੀਕ ਹੈ ਤੁਸੀਂ ਸਾਡੇ ਜਿਹੜੇ ਹੋਰ ਹੇਠਲੇ ਲੀਡਰ ਨੇ ਜਾਂ ਫਿਰ ਜਿਹੜੇ ਕਿਸਾਨ ਸਾਡੇ ਬਿਲਕੁਲ ਪਹਿਲੀ ਕਤਾਰ ਦੇ ਲੀਡਰ ਨਹੀਂ ਹੈਗੇ, ਉਹਨਾਂ ਦੇ ਨਾਲ ਗੱਲ ਨਹੀਂ ਹੋ ਸਕਦੀ ਨਾ? ਉਹ ਕਹਿ ਰਹੇ ਨੇ ਕਿ ਅਸੀਂ ਆਪਣੇ ਟੌਪ ਦੇ ਬੰਦੇ ਭੇਜ ਰਹੇ ਹਾਂ 7, ਤੁਸੀਂ ਆਪਣੇ ਟੌਪ ਦੇ ਬੰਦੇ ਭੇਜੋ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਗੌਰਵ ਜੀ ਮੇਰੀ ਗੱਲ ਤਾਂ ਸੁਣੋ। 5-7 ਬੰਦੇ ਉਧਰੋਂ, 5-7 ਬੰਦੇ ਉਧਰੋਂ ਬੈਠ ਕੇ ਹੀ ਗੱਲ ਹੁੰਦੀ ਹੈ। ਇਹ ਗੱਲ ਠੀਕ ਹੈ ਰਾਜੇਵਾਲ ਜੀ ਦੀ। ਅਸੀਂ ਇਹ ਕਹਿੰਦੇ ਆ ਕਿ ਜਿਹੜੀਆਂ ਮਦਾਂ ਦੇ ਉੱਪਰ ਇਹਨਾਂ ਨੂੰ ਕੋਈ ਸ਼ੰਕਾ ਹੈਗੀ ਆ, ਉਹ ਪਹਿਲਾਂ ਕਲੀਅਰ ਹੋ ਜਾਣ, ਤੇ ਉਸ ਦੇ ਉੱਪਰ ਫਿਰ ਮੰਤਰੀ ਜੀ ਨੇ ਇਹ ਕਿਹਾ ਸੀ ਵੀ ਅਸੀਂ ਤਿਆਰੀ ਕਰਕੇ ਉਹਨਾਂ ਤੇ ਦੂਸਰੇ ਦਿਨ ਜਾਂ ਤੀਸਰੇ ਦਿਨ ਇਹਨਾਂ ਨਾਲ ਬੈਠਾਂਗੇ ਤਾਂ ਕਿ ਉਹਦਾ ਕੋਈ ਨਤੀਜਾ ਕੱਢ ਲਈਏ। ਇਹ ਬਾਈ ਚਾਂਸ ਗਲਤਫਹਿਮੀ ਹੋ ਗਈ ਆ। ਕੋਈ ਕਿਸਾਨਾਂ ਦੀ ਅਸੀਂ ਇਨਸਲਟ ਨਹੀਂ ਕਰਨਾ ਚਾਹੁੰਦੇ। ਅਸੀਂ ਤਾਂ ਕਿਸਾਨ ਸਾਡੇ ਪੂਜਨੀय ਨੇ, ਤੇ ਬੀਜੇਪੀ ਔਰ ਸਾਡੇ ਪ੍ਰਧਾਨ ਮੰਤਰੀ ਕਿਸਾਨਾਂ ਦੀ ਬਹੁਤ ਰਿਸਪੈਕਟ ਕਰਦੇ ਆ। ਰਾਜੇਵਾਲ ਸਾਹਿਬ ਮੈਂ ਵੀ ਅਸੀਂ ਕਰਦੇ ਆ। ਠੀਕ ਹੈ, ਮੈਂ ਤੁਹਾਡੇ ਕੋਲ ਆਉਂਗਾ। ਮੈਂ ਰਾਜੇਵਾਲ ਸਾਹਿਬ ਦਾ ਇੱਕ ਰਿਐਕਸ਼ਨ ਲੈਣਾ। ਰਾਜੇਵਾਲ ਸਾਹਿਬ, ਜੇਕਰ ਮੇਰੀ ਆਵਾਜ਼ ਪਹੁੰਚ ਰਹੀ ਹੈ, ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਕਿਸਾਨ ਆਗੂਆਂ ਨੂੰ ਅੱਜ ਕਿਉਂ ਲੱਗਿਆ ਕਿ ਤੁਹਾਡੀ ਉੱਥੇ ਜਾ ਕੇ ਬੇਇੱਜ਼ਤੀ ਕੀਤੀ ਗਈ ਹੈ? ਕਿ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਵੇਗੀ, ਤੁਹਾਨੂੰ ਪਹਿਲਾਂ ਕਲੀਅਰ ਸੀ ਜਾਂ ਨਹੀਂ? ਕਿਉਂਕਿ ਗਰੇਵਾਲ ਸਾਹਿਬ ਕਹਿ ਰਹੇ ਨੇ ਕਿ ਤਾਂ ਬਹੁਤ ਕਲੀਅਰ ਸੀ, ਅਸੀਂ ਪਹਿਲਾਂ ਹੀ ਕਹਿ ਰਹੇ ਸੀ ਕਿ ਇੱਕ ਵਾਰੀ ਗੱਲਬਾਤ ਸ਼ੁਰੂ ਕਰ ਲਓ, ਉਸ ਤੋਂ ਬਾਅਦ ਅੱਗੇ ਭੇਜਾਂਗੇ। ਸਾਡੀ ਸ਼ੁਰੂ ਤੋਂ ਮੰਗ ਇਹ ਸੀ ਵੀ ਜੇ ਫੈਸਲਾ ਲੈਣਾ ਕਿਸੇ ਮੰਤਰੀ ਨੇ ਲੈਣਾ, ਅਸੀਂ ਈਵਨ ਜਿਹੜਾ ਹੁਣ ਸੱਦਾ ਆਇਆ ਉਹਦੀ ਜਦੋਂ ਮੇਲ ਲਿਖ ਕੇ ਕਿਹਾ ਵੀ ਸਾਨੂੰ ਦੱਸੋ ਕਿਹੜਾ ਮੰਤਰੀ ਸਾਡੇ ਨਾਲ ਬੈਠੂ, ਉਹ ਵੀ ਛੱਡੋ। ਜਿਹੜੀ ਗਰੇਵਾਲ ਸਾਹਿਬ ਹੁਣੇ ਝੂਠ ਬੋਲੇ ਨੇ, ਮੈਂ ਇਹਨਾਂ ਨੇ ਉਦੋਂ ਸ਼ਬਦ ਕਹੇ ਨੇ ਅਸੀਂ ਨਹੀਂ ਐਕਟ ਵਾਪਸ ਲੈਣੇ, ਜਿਹਨੇ ਆਉਣਾ ਮੀਟਿੰਗ ਤੇ ਆਵੇ, ਨਹੀਂ ਆਉਣਾ ਨਾ ਸੀ। ਉਹਦੇ ਬਾਅਦ ਫਿਰ ਰੌਲਾ ਪਾਤਾ ਅਕਾਲੀ ਨੇ, ਉਹ ਇਹਨਾਂ ਨੂੰ ਸਪੋਰਟ ਕਰ ਗਿਆ। ਤੇ ਮੈਂ ਜਿਹੜੀ ਹੁਣ ਵੀ ਸਾਡੀ ਡਿਮਾਂਡ ਇਹ ਹੈਗੀ ਵੀ ਰਿਪੀਲ ਕਰੋ ਇਹਨਾਂ ਤਿੰਨੇ ਐਕਟਾਂ ਨੂੰ। ਉੱਥੇ ਅਸੀਂ ਕਾਗਜ਼ ਦੇ ਆਏ ਹਾਂ ਉੱਥੇ ਜੀ, ਠੀਕ ਹੈ, ਅਸੀਂ ਵਾਕਆਊਟ ਕੀਤਾ, ਪਰ ਅਸੀਂ ਉਹਨਾਂ ਨੂੰ ਕਿਹਾ ਆਹ ਪਿਆ ਸਾਡਾ ਜੋ ਕੁਝ ਸਾਰਾ ਕੇਸ ਸਾਨੂੰ ਸਾਬਤ ਕਰਦੇ, ਤੁਸੀਂ ਕੰਸਟੀਟਿਊਸ਼ਨ ਦੀ ਵਾਇਲੇਸ਼ਨ ਇੰਨੀ ਵੱਡੀ ਪੱਧਰ ਤੇ ਕੀਤੀ ਹੈ ਕੋਈ ਸੋਚ ਵੀ ਨਹੀਂ ਸਕਦਾ। ਇਹ ਸਟੇਟ ਸਬਜੈਕਟ ਹੈ, ਤੁਸੀਂ ਜਿਹੜਾ ਸਟੇਟਾਂ ਦੇ ਅਧਿਕਾਰ ਕੋਲ ਵੀ ਫੈਡਰਲ ਸਿਸਟਮ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਸਾਰੇ ਕੱਲੇ ਜਿਹੜਾ ਸੀ ਨਾ ਕੰਸਟੀਟਿਊਸ਼ਨ ਚ 7th ਸ਼ਡਿਊਲ ਦੇ ਵਿੱਚ ਫਸਟ ਲਿਸਟ, ਸੈਕੰਡ ਲਿਸਟ, ਕੰਕਰੈਂਟ ਲਿਸਟ ਸਾਰੀਆਂ ਨਾਲ ਲਾਈਆਂ ਵੀ ਉਹਦੇ ਚ ਕੱਢਿਆ ਵੀ ਆਹ ਇੰਨੇ ਨੰਬਰ ਤੇ ਫਲਾਨੀ ਚੀਜ਼ ਹੈ ਪੰਜਾਬ ਲੋਕਾਂ ਦੇ ਜਿਹੜੀ ਸਟੇਟ ਸਬਜੈਕਟ ਹੈ ਇੰਨੇ ਨੰਬਰ। ਇਹ ਇਹਨਾਂ ਨੇ ਲਿਆ ਟ੍ਰੇਡ ਐਂਡ ਕਾਮਰਸ ਕੰਕਰੈਂਟ ਲਿਸਟ, ਪਰ ਉਹਦੇ ਵਿੱਚ ਬੜੀ ਕਲੈਰਿਟੀ ਹੈ, ਟ੍ਰੇਡ ਐਂਡ ਕਾਮਰਸ ਫॉर ਇੰਡਸਟਰੀ ਨਾਟ ਫॉर ਐਗਰੀਕਲਚਰ। ਉਹਦੇ ਨਾਲ ਇਹਨਾਂ ਜਾ ਕੇ ਕਾਨੂੰਨ ਬਣਾਤਾ। ਇਹ ਤਾਂ ਹਰ ਜਗ੍ਹਾ
ਮੁਸ਼ਕਲ ਸਾਡੀ ਕੀ ਆ? ਸਭ ਤੋਂ ਵੱਡੀ ਮੈਂ ਜਿਹੜੀ ਪੱਕੀ ਔਨ ਰਿਕਾਰਡ ਕਹਿਣ ਨੂੰ ਤਿਆਰ ਹਾਂ ਮੈਂ, ਉਹ ਇਹ ਆ ਵੀ ਅੱਜ ਸਾਡੀ ਸੁਪਰੀਮ ਕੋਰਟ 'ਚ ਵੀ ਦਮ ਨਹੀਂ ਹੈ। ਇੰਨਾ ਇਹਨਾਂ ਨੇ ਸਭ ਕੁਝ ਲਾ ਲਿਆ, ਫੈਸਲੇ ਜਿਹੜੇ ਅਪਰੂਵਡ ਕੇਸ ਨੇ ਉਹ ਵੀ ਇਹਨਾਂ ਦੇ ਹੱਕ 'ਚ ਹੋ ਰਹੇ ਨੇ। ਅਸੀਂ ਉਹਦੇ ਕਰਕੇ ਸੁਪਰੀਮ ਕੋਰਟ 'ਚ ਨਹੀਂ ਜਾਂਦੇ। ਨਹੀਂ, ਸਾਨੂੰ ਜੇ ਇੰਨੀਆਂ ਵਾਇਲੇਸ਼ਨ ਹੁੰਦੀਆਂ ਤਾਂ ਐਕਟ ਖੜਨਾ ਹੀ ਨਹੀਂ ਚਾਹੀਦੇ ਕਿਤੇ ਵੀ ਜੀ। ਇਸੇ ਗੱਲ ਦਾ ਇਹ ਫਾਇਦਾ ਉਠਾ ਰਹੇ ਨੇ ਵੀ ਸੁਪਰੀਮ ਕੋਰਟ 'ਚ ਅੱਜ ਹਾਲ ਦੀ ਸਾਡੀ ਰਹੀ ਨਹੀਂ। ਇੰਨਾ ਪ੍ਰੈਸ਼ਰ ਹੈ ਉਹਦੇ ਤੇ, ਕੋਈ ਹਿਸਾਬ ਨਹੀਂ। ਇਹਨਾਂ ਦਾ ਪੋਲੀਟੀਕਲ ਪ੍ਰੈਸ਼ਰ ਇੰਨਾ ਹੈ, ਅਸੀਂ ਉਦੋਂ ਡਰਦੇ ਜਥੇਬੰਦੀਆਂ ਜਾਂਦੇ ਨਹੀਂ। ਇਹ ਕਿਸੇ ਖੜਦਾ ਹੀ ਨਹੀਂ ਇਹ ਕਾਨੂੰਨ, ਕੰਸਟੀਟਿਊਸ਼ਨਲ ਕਿਤੇ ਨਹੀਂ ਖੜਦਾ। ਔਰ ਇਹ ਝੂਠ ਬੋਲਦੇ ਨੇ। ਇਹਨਾਂ ਦਾ ਚੁੱਕ ਰੋਜ਼ ਧਮਕੀ ਦਿੰਦਾ ਨਵੀਂ, ਕਦੇ ਕਹਿੰਦਾ ਲਾਸ਼ਾਂ ਬਚਾ ਦੂੰ, ਕਦੇ ਕਹਿੰਦਾ ਉਹਦੀ ਜ਼ਬਾਨ ਨੂੰ ਉਹ ਕਿਤੇ ਬਹੁਤ ਜ਼ਿਆਦਾ ਵੱਡਾ ਗੁੰਡਾ ਹੈ, ਕਿਸਾਨਾਂ ਨੂੰ ਪ੍ਰਵੋਕ ਕਰਦਾ ਉਹ। ਠੀਕ ਹੈ, ਰਾਜੇਵਾਲ ਸਾਹਿਬ ਸਾਡੇ ਨਾਲ ਰਹੋ। ਸਾਡੇ ਨਾਲ ਪੰਧੇੜ ਸਾਹਿਬ ਵੀ ਜੁੜੇ ਹੋਏ ਨੇ, ਉਹਨਾਂ ਦਾ ਵੀ ਅਸੀਂ ਰਿਐਕਸ਼ਨ ਲੈਣ ਦੀ ਕੋਸ਼ਿਸ਼ ਕਰਾਂਗਾ। ਮੈਂ ਪੰਧੇੜ ਸਾਹਿਬ, ਫਸਟ ਰਿਐਕਸ਼ਨ ਮੈਂ ਇਸੀ ਤੌਰ ਤੇ ਚਾਹੂੰਗਾ ਕਿਉਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਤਾਂ ਪਹਿਲਾਂ ਹੀ ਕਹਿਤਾ ਸੀ ਕਿ ਅਸੀਂ ਨਹੀਂ ਜਾਣਾ ਇਸ ਮੀਟਿੰਗ 'ਚ। ਲੱਗ ਰਿਹਾ ਵਧੀਆ ਹੀ ਕੀਤਾ ਕਿ ਐਵੇਂ ਮੀਟਿੰਗ ਦੇ ਵਿੱਚ ਜਾਣ ਦਾ ਫੈਸਲਾ ਵੀ ਕਰਦੇ ਤੇ ਉਸ ਤੋਂ ਬਾਅਦ ਹੋਣਾ ਤਾਂ ਕੁਝ ਅਜਿਹਾ ਹੀ ਸੀ। ਪੰਧੇੜ ਸਾਹਿਬ, ਅੱਜ ਦੀ ਮੀਟਿੰਗ ਨੂੰ ਲੈ ਕੇ, ਅੱਜ ਦਾ ਜੋ ਕੁਝ ਹੋਇਆ ਘਟਨਾਕ੍ਰਮ ਦਿੱਲੀ ਦਾ, ਉਸ ਨੂੰ ਲੈ ਕੇ ਕਿਵੇਂ ਦੇਖ ਰਹੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ? ਵੇਖੋ ਜੀ, ਠੀਕ ਹੈ, ਸਾਡਾ ਆਪਣਾ ਜਥੇਬੰਦੀ ਦਾ ਫੈਸਲਾ ਸੀ, ਸਾਡੇ ਭਰਾਵਾਂ ਨੇ ਜਾਣ ਦਾ ਫੈਸਲਾ ਕੀਤਾ, ਸਾਨੂੰ ਉੱਤੇ ਵੀ ਕੋਈ ਇਤਰਾਜ਼ ਨਹੀਂ ਸੀ। ਇਹ ਦੋ ਪੱਖ ਪੰਜਾਬ ਦੇ ਅੰਦੋਲਨ ਦੇ ਵਿੱਚ ਜਿਹੜੀ ਜਮਹੂਰੀਅਤ ਉਹ 'ਚ ਆਏ ਆ, ਜੇ ਸਾਡੇ ਆਗੂ ਨਾ ਜਾਂਦੇ ਤੇ ਇਸ ਤਰੀਕੇ ਨਾਲ ਚਿਹਰਾ ਨੰਗਾ ਨਹੀਂ ਸੀ ਹੋਣਾ ਕੇਂਦਰ ਸਰਕਾਰ ਦਾ, ਕਿਉਂਕਿ ਹੁਣ ਚਿਹਰਾ ਨੰਗਾ ਹੋ ਗਿਆ ਨਾ। ਜਿਹੜੀਆਂ ਗੱਲਾਂ ਅਸੀਂ ਕਹਿੰਦੇ ਸੀ ਹਕੀਕਤ ਵਿੱਚ ਸਾਡੇ ਸਾਹਮਣੇ ਆ ਗਈਆਂ। ਇਹ ਕਹਿ ਰਿਹਾ ਵੀ ਵਾਕਆਊਟ, 1.5 ਘੰਟਾ ਆਗੂ ਬੈਠੇ ਰਹੇ, ਗੱਲਬਾਤ ਚੱਲਦੀ ਰਹੀ। ਜਦੋਂ ਉਹਨਾਂ ਨੂੰ ਇਹ ਲੱਗਿਆ ਹੋਊ ਵੀ ਸਾਨੂੰ ਤਾਂ ਸਮਝਾਉਣ ਦਾ ਯਤਨ ਕਰ ਰਹੇ ਆ, ਗਰੇਵਾਲ ਸਾਹਿਬ ਜਾਂ ਕੋਈ ਭਾਜਪਾ ਦਾ ਲੀਡਰ ਸਾਨੂੰ ਦੱਸ ਦੇਵੇ ਵੀ ਜਿਹੜੇ ਕਾਨੂੰਨ ਪਾਰਲੀਮੈਂਟ ਪਾਸ ਕਰ ਦੇਵੇ ਉਹਦੇ ਤੇ ਕੋਈ ਜਿਹੜਾ ਸੈਕਟਰੀ ਆ, ਆਈਐਸ ਅਫਸਰ ਆ, ਉਹ ਉਹਦੇ ਅਗੇਂਸਟ ਕਿਵੇਂ ਕੋਈ ਫੈਸਲਾ ਕਰ ਲੂਗਾ? ਤੇ ਆਗੂਆਂ ਦੀ ਮੰਗ ਠੀਕ ਸੀ ਵੀ ਪਾਲਿਸੀ ਤਾਂ ਸਰਕਾਰ ਨੇ ਬਣਾਉਣੀ ਹੁੰਦੀ ਆ, ਕੋਈ ਕੈਬਨਿਟ ਰੈਂਕ ਦਾ ਬੰਦਾ ਬਵੇ। ਜਦ ਅਸੀਂ ਕਹਿੰਦੇ ਵੀ ਪ੍ਰਧਾਨ ਮੰਤਰੀ ਜੀ ਬੈਣ, ਠੀਕ ਹੈ ਜੀ, ਜਿਹੜੇ ਗਰੇਵਾਲ ਸਾਹਿਬ ਕਹਿੰਦੇ ਸੀ ਵੀ ਅਸੀਂ ਤਾਂ, ਮੈਂ ਤਾਂ ਵੈਸੇ ਕਹਿ ਦਿੱਤਾ ਸੀ ਵੀ ਯਾਰ ਸੱਚੀ ਜੀ ਗੱਲ ਵੀ ਕਾਨੂੰਨ ਤਾਂ ਵਾਪਸ ਨਹੀਂ ਲੈਣੇ। ਹੁਣ ਇਹ ਸਾਡੀ ਗੱਲ ਪੱਕੀ ਹੋਈ ਨਾ, ਇਹ ਗੱਲ ਕਰਨ ਵਾਲਾ ਤਾਂ ਕੋਈ ਮਾਹੌਲ ਨਹੀਂ ਹੈਗਾ। ਤੇ ਇਹਦੇ ਗਾਹਾਂ ਜਿਹੜੀ ਰਾਜੇਵਾਲ ਸਾਹਿਬ ਸਾਰੀਆਂ ਗੱਲਾਂ ਕਹਿ ਰਹੇ, ਮੈਂ ਉਹਦੀ ਪ੍ਰੋੜਤਾ ਕਰਦਾ ਵੀ ਜਿਸ ਕਿਸਮ ਦਾ ਹੁਣ ਭਾਜਪਾ ਨੂੰ ਸਮਾਜਿਕ ਤੌਰ ਤੇ ਲੋਕਾਂ ਨੇ ਛੇਕ ਦਿੱਤਾ, ਇਸ ਕਰਕੇ ਵੀ ਭਾਜਪਾ ਨੂੰ ਕੋਈ ਸ਼ਹਿਰਾਂ 'ਚ ਕੋਈ ਸੁਣ ਨਹੀਂ ਰਿਹਾ, ਉਹ ਇਸ ਕਰਕੇ ਸ਼ਹਿਰਾਂ 'ਚ ਜਾ ਰਹੇ ਆ ਵੀ ਸਾਡੇ ਬੰਦਿਆਂ ਨੂੰ ਪ੍ਰਮੋਟ ਕੀਤਾ ਜਾਵੇ। ਕੋਈ ਨਾ ਕੋਈ ਸਧਾਰਨ ਕਿਸਾਨ ਆ, ਕੋਈ ਇਹੋ ਜੀ ਗੱਲ ਕਰੇ ਜਿਹੜਾ ਅੰਦੋਲਨ ਦੀ ਮੂਵਮੈਂਟ ਆ ਉਹਦਾ ਦੂਜੇ ਬੰਨੇ ਧਿਆਨ ਖਿੱਚਿਆ ਜਾਵੇ, ਠੀਕ ਹੈ ਜੀ, ਤੇ ਅਸੀਂ ਉਹਦੇ ਤੇ ਬਦਨਾਮੀ ਦਾ ਟਿੱਕਾ ਬਣਨ ਦਾ ਯਤਨ ਕਰੀਏ। ਸੋ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਹੈ, ਸਾਰਿਆਂ ਆਗੂਆਂ ਨੇ ਜ਼ਿੰਦਗੀਆਂ ਲਾਈਆਂ ਨੇ, ਅਸੀਂ ਫੁੱਲ ਤੱਕ ਨਹੀਂ ਕਦੀ ਤੋੜਿਆ। ਜੋ ਮਾਹੌਲ ਪੈਦਾ ਕੀਤਾ ਜਾ ਰਿਹਾ, ਜੋ ਪ੍ਰਧਾਨ ਮੰਤਰੀ ਜੀ ਬੋਲ ਰਹੇ ਸੀ, ਗੱਲਬਾਤ ਦਾ ਮਾਹੌਲ ਹੀ ਨਹੀਂ। ਮੈਂ ਕਹਿੰਦਾ ਇੱਕ ਗੱਲ ਮੇਰੀ ਸੁਣ ਲਿਓ, ਪੰਜਾਬ ਵਾਲੇ ਇਹੋ ਜਿਹੇ ਆ, ਸਾਡੇ ਘਰ ਦੁਸ਼ਮਣ ਵੀ ਆ ਜਾਏ ਨਾ ਗੱਲ ਨੂੰ ਲਾ ਲੈਂਦੇ ਨੇ। ਅਸੀਂ ਤੁਹਾਡੇ ਘਰ ਸੱਦ ਕੇ ਤੁਸੀਂ ਇਹ ਕੁਝ ਕਰ ਰਹੇ ਜੇ, ਇਹ ਆਸ ਨਹੀਂ ਸੀ ਰੱਖੀ। ਗੱਲਬਾਤ ਦਾ ਮਾਹੌਲ ਹੀ ਨਹੀਂ ਹੈ। ਕੇਂਦਰ ਸਰਕਾਰ ਸਾਜ਼ਿਸ਼ ਕਰਨਾ ਚਾਹੁੰਦੀ ਸੀ, ਫੁੱਟ ਪਾਉਣਾ ਚਾਹੁੰਦੀ ਸੀ, ਉਹ ਪਈ ਨਹੀਂ। ਹਰਿਆਣੇ ਨੂੰ ਵੱਢ ਕੀਤਾ, ਦੇਸ਼ ਦੀਆਂ ਜਥੇਬੰਦੀਆਂ ਨੂੰ ਵੱਢ ਕੀਤਾ। ਸੋ ਮੈਨੂੰ ਨਹੀਂ ਲੱਗਦਾ ਵੀ ਇਹ ਗੱਲਬਾਤ ਦਾ ਮਾਹੌਲ ਆ। ਸਾਨੂੰ ਭਾਰਤ ਤੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਤੇ ਆਸ ਆ। ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਆ, ਸਰਕਾਰਾਂ ਵੱਡੀਆਂ ਨਹੀਂ ਹੁੰਦੀ। ਠੀਕ ਹੈ, ਤੁਸੀਂ ਜਿਹੜਾ ਪੁਆਇੰਟ ਚੁੱਕ ਰਹੇ ਹੋ ਨਾ ਪੰਧੇੜ ਸਾਹਿਬ, ਮੈਂ ਉਸੇ ਦੇ ਉੱਤੇ ਵਾਪਸ ਆਵਾਂਗਾ। ਤੁਸੀਂ ਜਿਹੜੀ ਗੱਲ ਕਹੀ ਹੈ ਕਿ ਇਹ ਤਾਂ ਗੱਲਬਾਤ ਦਾ ਮਾਹੌਲ ਹੈ ਹੀ ਨਹੀਂ। ਮੈਂ ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕ ਰਿਹਾ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ। ਰਾਜੇਵਾਲ ਸਾਹਿਬ, ਹੋ ਸਕੇ ਤਾਂ ਸਾਡੇ ਨਾਲ ਜ਼ਰੂਰ ਤੁਸੀਂ ਫੋਨ ਲਾਈਨ ਤੇ ਜੁੜੇ ਰਹੋ। ਅਸੀਂ ਤਾਂ ਕੋਸ਼ਿਸ਼ ਕਰ ਰਹੇ ਸੀ ਕਿ ਤੁਹਾਨੂੰ ਲਾਈਵ ਵੀ ਜੋੜ ਸਕੀਏ, ਪਰ ਰਾਜੇਵਾਲ ਸਾਹਿਬ ਮੀਟਿੰਗ ਦੇ ਅੰਦਰ ਕੀ ਹੋਇਆ ਉਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਅਸੀਂ ਉਹਨਾਂ ਤੋਂ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਜੇਕਰ 1.5 ਘੰਟਾ ਅੰਦਰ ਸੀ ਤਾਂ ਕੀ ਉਸ ਸਮੇਂ ਕੋਈ ਗੱਲਬਾਤ ਹੋਈ ਹੈ, ਕਿ ਉਸ ਸਮੇਂ ਕੋਈ ਗੱਲ ਤੁਰੀ ਜਿਸ ਦੇ ਵਿੱਚ ਕੋਈ ਸਾਰਥਕ ਕੋਈ ਇੱਕ ਪੁਆਇੰਟ ਦਿਖਿਆ ਹੋਵੇ ਕਿ ਹਾਂ ਸ਼ਾਇਦ ਗੱਲਬਾਤ ਕੋਈ ਬਣ ਜਾਏ ਆਉਣ ਵਾਲੇ ਦਿਨਾਂ ਦੇ ਵਿੱਚ, ਕਿਸੇ ਤਰੀਕੇ ਨਾਲ ਕੇਂਦਰ ਦੀ ਸਰਕਾਰ ਕਿਸਾਨਾਂ ਨੂੰ ਸਮਝਾਉਣ ਦੇ ਵਿੱਚ ਜਾਂ ਫਿਰ ਉਹਨਾਂ ਦੀਆਂ ਗੱਲਾਂ ਸਮਝਣ ਦੇ ਵਿੱਚ ਕਾਮਯਾਬ ਰਹੇ। ਅਸੀਂ ਇਸ ਦੇ ਉੱਤੇ ਹੀ ਗੱਲਬਾਤ ਕਰਾਂਗੇ। ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਫੌਰਨ ਹਾਜ਼ਰ ਹਾਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ। ਅੱਜ ਅਸੀਂ ਚਰਚਾ ਕਰ ਰਹੇ ਹਾਂ ਦਿੱਲੀ ਵਾਲੀ ਮੀਟਿੰਗ ਦੀ, ਜਿਸ ਤੋਂ ਉਮੀਦਾਂ ਬਹੁਤ ਸੀ ਪਰ ਉਮੀਦਾਂ ਦੇ ਉੱਤੇ ਪਾਣੀ ਫਿਰ ਗਿਆ। ਮਹਿਮਾਨ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ। ਇਸ ਵਿਚਾਲੇ ਸਾਡੇ ਨਾਲ ਕਾਂਗਰਸ ਨੂੰ ਰਿਪਰੈਜ਼ੈਂਟ ਕਰਨ ਦੇ ਲਈ ਸੁਰਜੀਤ ਸਿੰਘ ਸਵੈਜ ਜੀ ਜੁੜ ਰਹੇ ਨੇ। ਸਵੈਜ ਸਾਹਿਬ, ਬਹੁਤ-ਬਹੁਤ ਸਵਾਗਤ ਹੈ। ਸਾਡੇ ਨਾਲ ਐਗਰੀਕਲਚਰ ਐਕਸਪਰਟ ਦੇ ਤੌਰ ਦੇ ਉੱਤੇ ਪ੍ਰੋਫੈਸਰ ਮਨਜੀਤ ਸਿੰਘ ਜੀ ਜੁੜ ਰਹੇ ਨੇ। ਮਨਜੀਤ ਸਿੰਘ ਜੀ, ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਤੇ ਮੈਂ ਇਸ ਸੈਗਮੈਂਟ ਦੀ ਸ਼ੁਰੂਆਤ ਇੱਕ ਵਾਰ ਫਿਰ ਤੋਂ ਰਾਜੇਵਾਲ ਸਾਹਿਬ ਤੋਂ ਹੀ ਕਰਨਾ ਚਾਹਾਂਗਾ। ਰਾਜੇਵਾਲ ਸਾਹਿਬ, ਜੇਕਰ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਇਹ ਵੀ ਲੋਕ ਜਾਣਨਾ ਚਾਹੁੰਦੇ ਨੇ ਕਿ 1.5 ਘੰਟਾ ਮੀਟਿੰਗ ਦੇ ਵਿੱਚ ਕੀ ਹੁੰਦਾ ਰਿਹਾ, ਤੇ ਦੂਜਾ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ 7 ਮੈਂਬਰੀ ਕਮੇਟੀ ਦਾ ਜ਼ਿਕਰ ਹੋ ਰਿਹਾ ਸੀ ਕਿ ਅੰਦਰ ਜਾਣਗੇ 7 ਮੈਂਬਰ ਤੇ ਉਹ ਬੈਠ ਕੇ ਗੱਲਬਾਤ ਕਰਨਗੇ।
ਪਰ ਉੱਥੇ ਤਾਂ ਨਜ਼ਰ ਆ ਰਿਹਾ ਸੀ ਕਿ ਬਹੁਤ ਸਾਰੇ ਆਗੂ ਨੇ ਸ਼ਾਇਦ ਕਰੀਬ 40 ਤੋਂ 50 ਜਿਹੜੇ ਕਿਸਾਨ ਆਗੂ ਨੇ ਉਹ ਸਾਰੇ ਅੰਦਰ ਗਏ ਸੀ। ਜੇਕਰ ਇਸ ਬਾਰੇ ਜੋ ਜਾਣਕਾਰੀ ਦੇ ਸਕੋ ਰਾਜੇਵਾਲ ਸਾਹਿਬ। ਇਸ ਤਰ੍ਹਾਂ ਦਾ ਨਹੀਂ ਸੀ, ਫੈਸਲਾ ਤੇ ਸੀ ਵੀ ਸਾਰੇ ਅੰਦਰ ਜਾਣਗੇ, ਜਿੰਨੀਆਂ 31 ਜਥੇਬੰਦੀਆਂ ਸਾਰਿਆਂ ਦੇ ਨੁਮਾਇੰਦੇ ਅੰਦਰ ਜਾਣਗੇ, ਪਰ ਗੱਲਬਾਤ 7 ਜਿਹੜੇ ਮੈਂਬਰ ਚੁਣੇ ਸੀ ਉਹ ਕਰਨਗੇ, ਬਾਕੀ ਦੇ ਬੈਠਣਗੇ ਐਜ਼ ਆਬਜ਼ਰਵਰ, ਬੈਠ ਕੇ ਸੁਣਨਗੇ ਤੇ ਸਾਰੇ ਅੰਦਰ ਗਏ ਆ। ਪਰ ਜੇ ਇਸੇ ਗੱਲ ਤੇ ਰੇੜਕਾ ਪਿਆ ਰਿਹਾ, ਮੈਂ ਹੀ ਸਭ ਤੋਂ ਪਹਿਲਾਂ ਬੋਲਿਆ ਸੀ, ਮੇਰਾ ਸਵਾਲ ਸੀ ਸੈਕਟਰੀ ਐਗਰੀਕਲਚਰ ਨੂੰ, ਸਾਨੂੰ ਸਮਝਾਓ ਜਿਹੜਾ ਤੁਸੀਂ ਜਿਹੜੀ ਸਰਕਾਰੀ ਮਸ਼ੀਨਰੀ ਆ ਉਹਦਾ ਕੰਮ ਤਾਂ ਸਰਕਾਰ ਦੇ ਫੈਸਲਿਆਂ ਨੂੰ, ਉਹਦੀਆਂ ਪਾਲਿਸੀ ਨੂੰ ਇੰਪਲੀਮੈਂਟ ਕਰਨਾ ਹੁੰਦਾ ਹੈ। ਫੈਸਲੇ ਜਿਹੜੇ ਜੇ ਉਹਦੇ 'ਚ ਕੋਈ ਅਦਲਾ ਬਦਲੀ ਕਰਨੀ ਹੈ ਜਾਂ ਕੁਝ ਕਰਨਾ ਹੈ, ਉਹ ਹੈਗਾ ਲਾ ਮੇਕਰ ਦਾ ਕੰਮ, ਉਹਦੇ ਫਿਰ ਪੋਲੀਟੀਕਲ ਲੀਡਰਸ਼ਿਪ ਦਾ ਕੰਮ ਹੁੰਦਾ ਹੈ। ਤੇ ਅਸੀਂ ਤੁਹਾਨੂੰ ਬੇਨਤੀ ਕੀਤੀ ਸੀ ਸਾਨੂੰ ਦੱਸੋ ਕਿਹੜਾ ਮੰਤਰੀ ਇੱਥੇ ਬੈਠੂਗਾ, ਤੁਸੀਂ ਇਹਦਾ ਸਾਨੂੰ ਜਵਾਬ ਨਹੀਂ ਦਿੱਤਾ। ਅਸੀਂ ਸਾਰੇ ਤੇ ਸਿਰਫ ਇੱਕ ਗੱਲ ਨੂੰ ਲੈ ਕੇ ਆਏ ਹਾਂ ਵੀ ਪਹਿਲੀ ਵਾਰੀ ਵੀ ਇਹਨਾਂ ਦੀ ਅਸੀਂ ਆਫਰ ਸੀ ਉਹ ਰੱਦ ਕਰ ਦਿੱਤੀ ਸੀ, ਜੇ ਅਸੀਂ ਹੁਣ ਵੀ ਰੱਦ ਕੀਤੀ ਇਹਨਾਂ ਨੇ ਲੋਕਾਂ ਨੂੰ ਕਹਿਣਾ ਜੀ ਇਹਦਾ ਮੇਜ਼ ਤੇ ਆਉਣ ਨੂੰ ਤਿਆਰ ਨਹੀਂ। ਅਸੀਂ ਸਿਰਫ ਇਸ ਲਈ ਉੱਥੇ ਗਏ ਸੀ। ਬਾਹਰ ਹੀ ਇਹਦੇ ਇਹ ਤਸੱਲੀ ਵਾਲੀ ਗੱਲ ਹੈ ਵੀ ਇਹਨਾਂ ਦਾ ਜਿਹੜਾ ਅਸਲੀ ਚਿਹਰਾ ਹੈ ਉਹ ਸਾਹਮਣੇ ਆ ਗਿਆ। 1.5 ਘੰਟਾ ਇੱਕੋ ਸਵਾਲ ਦੇ ਉੱਤੇ ਬਹਿਸ ਹੁੰਦੀ ਰਹੀ ਵੀ ਸਾਨੂੰ ਦੱਸੋ ਵੀ ਇੱਕ ਪਾਸੇ ਤਾਂ ਸਾਨੂੰ ਇੱਥੇ ਸੱਦ ਦਿਓ, ਦੂਜੇ ਪਾਸੇ ਪੰਜਾਬ 'ਚ ਮੰਤਰੀ ਜਾ ਕੇ ਲੋਕਾਂ ਨੂੰ ਪ੍ਰਵੋਕ ਕਰਦੇ ਨੇ, ਗੁੰਮਰਾਹ ਕਰਦੇ ਨੇ। ਇੱਕ ਪੈਰਲਲ ਤੁਸੀਂ ਹੋਰ ਕੰਮ ਸ਼ੁਰੂ ਕੀਤਾ ਹੋਇਆ ਸਾਡੇ ਅੰਦੋਲਨ ਦੇ ਪੈਰਲਲ। ਜੇ ਉਹਨਾਂ ਨੇ ਇਹੀ ਕਰਨਾ ਸੀ ਸਾਨੂੰ ਉੱਥੇ ਮਿਲ ਲੈਂਦੇ ਜੀ, ਸਾਨੂੰ ਅਸੀਂ ਐਡੀ ਦੂਰ ਭੱਜੇ ਆਏ ਆ, ਉੱਥੇ ਸਾਨੂੰ ਮਿਲ ਲੈਂਦੇ, ਕੋਈ ਇੱਕ ਰਹਿ ਜਾਂਦਾ। ਜਿਹੜੀ ਇਹ ਪੈਰਲਲ ਮੂਵਮੈਂਟ ਚਲਾਉਂਦੇ ਆ, ਇਹਦਾ ਮਤਲਬ ਕੀ ਹੈ? ਕਨਫਰੰਟੇਸ਼ਨ ਪੈਦਾ ਕਰਦੇ ਹੋ। ਅਸੀਂ ਹੁਣ ਤੱਕ ਪੀਸਫੁਲ ਰਹੇ ਹਾਂ, ਸਾਡਾ ਅੰਦੋਲਨ ਪੀਸਫੁਲ ਹੈ। ਅਸ਼ਵਨੀ ਸ਼ਰਮਾ ਦੀ ਘਟਨਾ ਹੋਈ, ਅਸੀਂ ਉਹਦੀ ਨਿੰਦਾ ਕੀਤੀ ਔਰ ਕਿਹਾ ਵੀ ਇਹ ਸਾਡਾ ਕੰਮ ਨਹੀਂ ਹੈ। ਤੇ ਲੋਕ ਇੱਥੇ ਵਾਰਦਾਤਾਂ ਹੋ ਗਈਆਂ, ਗੁਰੂ ਸਾਹਿਬ ਦੀ ਬੇਅਦਬੀ ਦੀਆਂ, ਇਹ ਸਾਰੀਆਂ ਜਿਹੜੀਆਂ ਘਟਨਾਵਾਂ ਹੁਣ ਹੋ ਰਹੀਆਂ, ਅਸੀਂ ਤਾਂ ਇਹਨਾਂ ਨੂੰ ਦੋਸ਼ੀ ਠਹਿਰਾਵਾਂਗੇ ਕਿ ਸਾਡੀ ਇਸ ਵੇਲੇ ਦੀ ਜਿਹੜੀ ਐਜੀਟੇਸ਼ਨ ਹੈ ਪੀਸਫੁਲ ਚੱਲ ਰਹੀ, ਇਹਨੂੰ ਲਾਉਣ ਵਾਸਤੇ ਇਹ ਕੰਮ ਕਰ ਰਹੇ ਨੇ। 1.5 ਘੰਟਾ ਸਿਰਫ ਮੇਰੀ ਗੱਲ ਪੂਰੀ ਹੋ ਲੈਣ ਦਿਓ। 1.5 ਘੰਟਾ ਸਿਰਫ ਇਹ ਸਵਾਲ ਤੇ ਗੱਲ ਚੱਲਦੀ ਰਹੀ ਕਿ ਤੁਸੀਂ ਉੱਥੇ ਮੰਤਰੀ ਭੇਜਿਆ, ਇੱਥੇ ਕਿਉਂ ਨਹੀਂ ਰਹੇ? ਉੱਥੇ ਲੋਕਾਂ ਨੂੰ ਪ੍ਰਵੋਕ ਕਿਉਂ ਕਰਦੇ ਆ? ਦੂਸਰੀ ਗੱਲ ਵੀ ਜੇ ਇੰਨੀ ਸੀ ਗੱਲ, ਅਸੀਂ ਉੱਥੇ ਗੱਲ ਕਰ ਲੈਂਦੇ, ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਗਿਆ? ਉਹਦੇ ਕੋਲ ਕੋਈ ਜਵਾਬ ਨਹੀਂ ਸੀ। ਹਾਂ, ਇੱਕ ਗੱਲ ਅਸੀਂ ਜ਼ਰੂਰ ਕਰਿਆ ਹੈ, ਅਸੀਂ ਡਿਸਕਸ ਕੁਝ ਨਹੀਂ ਕੀਤਾ, ਅਸੀਂ ਉਹ ਡਾਕੂਮੈਂਟ ਦੇ ਆਏ ਵੀ ਲਓ ਤੁਸੀਂ ਇਹਨਾਂ ਨੂੰ ਪੜ੍ਹ ਲਓ। ਹੁਣ ਜੋ ਸਾਡਾ ਜੋ ਕੇਸ ਹੈ ਉਹ ਉਹਨਾਂ ਨੂੰ ਦੇ ਆਏ ਔਰ ਸਾਡੀ ਡਿਮਾਂਡ ਬੜੀ ਕਲੀਅਰ ਕੱਟ ਹੈ। ਇਹ ਅੰਦੋਲਨ ਉਦੋਂ ਤੱਕ ਕਿਸੇ ਕੀਮਤ ਤੇ ਖਤਮ ਨਹੀਂ ਹੋਣਾ ਜਦੋਂ ਤੱਕ ਤਿੰਨੇ ਐਕਟ ਵਾਪਸ ਨਹੀਂ ਹੁੰਦੇ। ਇਹ ਅੰਦੋਲਨ ਚੱਲਦਾ ਰਹੂ। ਇੱਕ ਗੱਲ। ਦੂਸਰਾ ਇਹ ਵੀ ਹੈ ਵੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਜਿਵੇਂ ਇਹ ਕਹਿੰਦੇ ਨੇ A2+FL ਉਹ ਫਾਰਮੂਲਾ ਨਹੀਂ ਹੈ, C2+50% ਦਾ ਫਾਰਮੂਲਾ ਹੈ, ਉਹਦੇ ਮੁਤਾਬਕ ਕੀਮਤਾਂ ਦਿਓ। ਇੱਕ ਗੱਲ ਸਭ ਤੋਂ ਵੱਡੀ ਇਹਦੇ ਵਿੱਚ ਅਸੀਂ ਇਹ ਕਹੀ ਹੈ, MSP ਪਲੱਸ ਸਟੇਟ ਪ੍ਰੋਕਿਊਰਮੈਂਟ ਦਾ ਰਾਈਟ ਹੋਵੇ ਲੀਗਲੀ ਕਿਸਾਨ ਦਾ, ਉਹਨੂੰ ਕੋਈ ਵਾਇਲੇਟ ਨਾ ਕਰ ਸਕੇ। ਇਹਨਾਂ ਗੱਲਾਂ ਤੇ ਸਾਡੀ ਲੜਾਈ ਹੈ। ਇਹਦੇ ਪਿੱਛੇ ਮੁੜਨ ਦਾ 1 ਇੰਚ ਪਿੱਛੇ ਮੁੜਨ ਦਾ ਕੋਈ ਸਵਾਲ ਨਹੀਂ। ਠੀਕ ਹੈ, ਤੁਸੀਂ ਬੜੇ ਤਫਸੀਲ ਦੇ ਨਾਲ ਇਹ ਕਲੀਅਰ ਕਰ ਦਿੱਤਾ ਕਿ ਮੀਟਿੰਗ ਦੇ ਅੰਦਰ ਹੋਇਆ ਕੀ ਹੈ। ਮੈਂ ਕਾਂਗਰਸ ਦਾ ਰੁਖ ਕਰਦਾ ਸਵੈਤ ਸਾਹਿਬ ਦਾ। ਸਵੈਤ ਸਾਹਿਬ, ਸੈਸ਼ਨ ਸੱਦ ਲਿਆ ਗਿਆ ਹੈ, ਲੋਕਾਂ ਨੂੰ ਜਾਣਨਾ ਚਾਹੁੰਦੇ ਹੋਣਗੇ ਲੋਕ ਕਿ ਕੀ ਕਰਨ ਜਾ ਰਹੇ ਹੋ ਤੁਸੀਂ ਸੈਸ਼ਨ ਵਾਲੇ ਦਿਨ? ਕੋਈ ਮਤਾ ਲਿਆ ਰਹੇ ਹੋ ਜਾਂ ਕਾਨੂੰਨ ਨੂੰ ਰੱਦ ਕਰਨ ਜਾ ਰਹੇ ਹੋ? ਤੁਸੀਂ ਖੁਦ ਵਕੀਲ ਹੋ ਸਵੈਤ ਸਾਹਿਬ, ਇਸ ਚੀਜ਼ਾਂ ਨੂੰ ਵੀ ਸਮਝਦੇ ਹੋ ਕਿ ਵਿਧਾਨ ਸਭਾ ਕੀ ਕਰ ਸਕਦੀ ਹੈ ਤੇ ਕੀ ਨਹੀਂ ਕਰ ਸਕਦੀ? ਸੈਸ਼ਨ 19 ਅਕਤੂਬਰ ਦੇ ਦਿਨ ਕਾਂਗਰਸ ਕੀ ਕਰਨ ਜਾ ਰਹੀ ਹੈ, ਕਾਂਗਰਸ ਦੀ ਸਰਕਾਰ? ਦੇਖੋ, ਜੋ ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ ਸਾਡੀ ਸੂਬਾ ਸਰਕਾਰ, ਸਾਡੀ ਪੰਜਾਬ ਵਿਧਾਨ ਸਭਾ ਜੋ ਕਰ ਸਕਦੀ ਹੈਗੀ ਹੈ ਜੀ, ਉਹ ਅਸੀਂ ਕਰਾਂਗੇ। ਤੇ ਹੋ ਸਕਦਾ ਹੈ ਕਿ ਕਿਉਂਕਿ ਅਜੇ ਡਰਾਫਟ ਤਾਂ ਮੇਰੇ ਕੋਲ ਨਹੀਂ ਹੈ, ਮੈਂ ਨਹੀਂ ਪੂਰੀ ਡਿਟੇਲ ਦੱਸ ਸਕਦਾ, ਲੇਕਿਨ ਜੋ ਸਾਡੀ ਨੈਸ਼ਨਲ ਜਿਹੜੀ ਪ੍ਰਧਾਨ ਜੀ ਸੋਨੀਆ ਗਾਂਧੀ ਜੀ ਨੇ ਸਾਡੇ ਕਾਂਗਰਸ ਰੂਲਡ ਸਟੇਟਸ ਨੂੰ ਇੱਕ ਮਾਡਲ ਬਿੱਲ ਜਿਹੜਾ ਹੈਗਾ ਉਹ ਸੰਵਿਧਾਨ ਦੀ ਧਾਰਾ 254 ਕਲੌਜ਼ 2 ਥੱਲੇ ਜਿਹੜੇ ਹੈਗੇ ਉਹ ਸਾਰੇ ਭੇਜੇ ਹੋਏ ਹੈਗੇ ਹੈ। ਤੇ ਇਹਦੇ 'ਚ ਜੋ ਕੈਪਟਨ ਸਾਹਿਬ ਨੇ ਕਿਹਾ ਕਿ ਉਹ ਵੀ ਇਹ ਕਿਹਾ ਕਿ ਅਸੀਂ ਕੋਈ ਲੈਜਿਸਲੇਸ਼ਨ ਦਾ ਮਤਲਬ ਹੁੰਦਾ ਕੋਈ ਬਿੱਲ ਲੈ ਕੇ ਆਵਾਂਗੇ ਜੋ ਕੇਂਦਰ ਦੇ ਜਿਹੜੇ ਇਹ ਖਤਰਨਾਕ ਜਿਹੜੇ ਡੇਂਜਰਸ ਜਿਹੜੇ 3 ਕਾਨੂੰਨ ਨੇ ਉਹਨਾਂ ਨੂੰ ਕਾਊਂਟਰ ਕਰਨ ਵਾਸਤੇ, ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਅਸਰ ਖਤਮ ਕਰਨ ਵਾਸਤੇ। ਸੋ ਅਸੀਂ ਜੋ ਮਤਲਬ ਵੱਧ ਤੋਂ ਵੱਧ ਅਸੀਂ ਆਪਣੇ ਪੰਜਾਬ ਵਾਸਤੇ, ਆਪਣੇ ਕਿਸਾਨਾਂ ਵਾਸਤੇ ਕਰ ਸਕਦੇ ਹਾਂ ਸੰਵਿਧਾਨਕ ਦਾਇਰੇ ਦੇ ਵਿੱਚ। ਪੰਜਾਬ ਵਿਧਾਨ ਸਭਾ ਆਪਣੇ ਅਧਿਕਾਰ ਖੇਤਰ ਦੇ ਅੰਦਰ ਰਹਿ ਕੇ ਤੇ ਉਹ ਅਸੀਂ ਕਰਨ ਜਾ ਰਹੇ ਹਾਂ ਜੀ 19 ਤਰੀਕ ਨੂੰ ਜੀ। ਠੀਕ ਹੈ, 19 ਦੇ ਸੈਸ਼ਨ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਜੋ ਵਿਧਾਨ ਸਭਾ ਕਰ ਸਕਦੀ ਹੈ ਉਹ ਕਰਨ ਜਾ ਰਹੀ ਹੈ। 19 ਤਰੀਕ ਨੂੰ ਸੈਸ਼ਨ ਸੱਦ ਲਿਆ ਗਿਆ ਹੈ। ਮੈਂ ਪ੍ਰੋਫੈਸਰ ਮਨਜੀਤ ਜੀ ਦਾ ਰੁਖ ਕਰਾਂ। ਮਨਜੀਤ ਜੀ, ਦਿੱਲੀ ਦੇ ਵਿੱਚ ਜੋ ਕੁਝ ਹੋਇਆ ਉਹਨੂੰ ਕਿਵੇਂ ਦੇਖਦੇ ਹੋ?
ਵਾਕਆਊਟ ਕਰ ਦੇਣਾ ਅਧਿਕਾਰੀਆਂ ਦੇ ਹੁੰਦੇ ਤੇ ਮੰਤਰੀਆਂ ਦੀ ਗੈਰ ਮੌਜੂਦਗੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਹਾਨੂੰ ਲੱਗ ਰਿਹਾ ਕਿ ਕਿਸਾਨ ਜਥੇਬੰਦੀਆਂ ਨੇ ਸਹੀ ਕਦਮ ਚੱਕਿਆ ਜਾਂ ਫਿਰ ਗੱਲਬਾਤ ਨੂੰ ਕੰਪਲੀਟ ਕਰ ਲੈਣਾ ਚਾਹੀਦਾ ਸੀ, ਸੁਣ ਲੈਣਾ ਚਾਹੀਦਾ ਸੀ ਉਹ ਕੀ ਕਹਿ ਰਹੇ ਨੇ? ਦੇਖੋ, ਇਹ ਨਾ ਕੋਈ ਅਚਨਚੇਤ ਨਹੀਂ ਹੋਇਆ। ਪਹਿਲੀ ਮੀਟਿੰਗ ਤੋਂ ਸੈਂਟਰ ਨੂੰ ਵੀ ਅੰਦਾਜ਼ਾ ਲਾ ਲੈਣਾ ਚਾਹੀਦਾ ਸੀ ਕਿ ਕਿਸਾਨ ਜਿਹੜੀ ਪਹਿਲੀ ਮੀਟਿੰਗ ਕੈਂਸਲ ਹੋਈ ਸੀਗੀ ਕਿ ਕਿਸਾਨ ਉੱਥੇ ਜਿਹੜੀ ਗਵਰਨਮੈਂਟ ਦੇ ਮਿਨਿਸਟਰ ਲੈਵਲ ਦੇ ਲੋਕ ਆ ਜਾਂ ਜਿਹੜੀ ਕੋਈ ਗਰੁੱਪ ਆਫ ਮਿਨਿਸਟਰਸ ਹੈਗੇ ਆ ਉਹਨਾਂ ਨਾਲ ਗੱਲ ਕਰਨੀ ਚਾਹੁੰਦੇ ਆ, ਨਾ ਕਿ ਉਹ ਬਿਊਰੋਕ੍ਰੇਸੀ ਨਾਲ ਅਫਸਰਸ਼ਾਹੀ ਨਾ ਕਰਨਾ ਚਾਹੁੰਦੇ। ਇਸ ਗੱਲ ਦੀ ਲਗਾਤਾਰ ਕੱਲ ਤੱਕ ਵਾਰਤਾਲਾਪ ਫੋਨਾਂ ਤੇ ਵੀ ਚੱਲਦੀ ਰਹੀ ਹੈ। ਤੇ ਜੇ ਦੇਖੋ, ਬਿਲਕੁਲ ਠੀਕ ਕਹਿ ਰਹੇ ਰਾਜੇਵਾਲ ਕਿ ਜੇ ਇੱਥੇ ਮਿਨਿਸਟਰ ਆ ਕੇ ਕਿਸਾਨਾਂ ਨੂੰ ਸਮਝਾਉਣ ਲਈ ਆ ਸਕਦੇ ਆ ਚੰਡੀਗੜ੍ਹ ਤੱਕ, ਹਰਦੀਪ ਪੁਰੀ ਜੀ, ਤੇ ਹਰਦੀਪ ਪੁਰੀ ਜੀ ਉੱਥੇ ਮੀਟਿੰਗ 'ਚ ਕਿਉਂ ਨਹੀਂ ਬੈਠੇ ਜਦੋਂ ਘਰ ਚੱਲ ਕੇ ਇੰਨੇ ਕਿਸਾਨ 30-40 ਜਿੰਨੇ ਵੀ ਤੁਸੀਂ ਕਹਿ ਰਹੇ ਆ ਬਿਲਕੁਲ ਗਏ ਸੀਗੇ, ਉਹਨਾਂ ਨੇ ਜਾਣਾ ਹੀ ਸੀ। 7 ਬੰਦਿਆਂ ਦੀ ਕਮੇਟੀ, ਉਹ ਬੋਲਣ ਵਾਲੇ ਬੰਦੇ ਸੀ ਜਿਨ੍ਹਾਂ ਨੇ ਬੋਲਣਾ ਸੀ, ਬਾਕੀਆਂ ਨੇ ਉੱਥੇ ਮੀਟਿੰਗ 'ਚ ਹਾਜ਼ਰ ਹੋਣਾ ਸੀ। ਹੁਣ ਰਹੀ ਗੱਲ ਅੱਗੇ ਦੀ ਮੈਨੂੰ ਲੱਗਦਾ ਕਿ ਗਾਂ ਤੋਂ ਵੀ ਇਸ ਮੀਟਿੰਗ ਤੋਂ ਬਾਅਦ ਸਰਕਾਰ ਨੂੰ ਬਿਲਕੁਲ ਸੀਰੀਅਸਲੀ ਸੋਚਣਾ ਚਾਹੀਦਾ ਕਿ ਕਿਸਾਨਾਂ ਨਾਲ ਡਾਇਲਾਗ ਓਪਨ ਕੀਤਾ ਜਾਏ। ਨਹੀਂ ਤੇ 5 ਤਰੀਕ ਨੂੰ ਭਾਰਤ ਬੰਦ ਦਾ ਸੱਦਾ ਆ ਗਿਆ, ਉਹਦੇ ਵਿੱਚ 10 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੇ ਆ ਮੋਟਰ ਗੱਡੀਆਂ ਸਾਰਾ ਕੁਝ ਭਾਰਤ ਬੰਦ ਹੋਊਗਾ। ਤੇ ਗਰੇਵਾਲ ਜੀ ਵੀ ਖੁਸ਼ ਲੱਗ ਰਹੇ ਆ ਇਸ ਗੱਲ ਤੇ, ਕਿਉਂਕਿ ਕਿਸਾਨ ਲੀਡਰ ਹੈਗੇ ਆ ਕਿ ਇਹ ਤੇ ਕੰਮ ਹੋਣਾ ਹੀ ਚਾਹੀਦਾ, ਕਿਉਂਕਿ ਨਹੀਂ ਤੇ ਕਿਸਾਨ ਤੇ ਪੂਰੇ ਦੇਸ਼ ਦਾ ਜਿਹੜਾ ਖਤਮ ਹੋ ਜਾਊਗਾ। ਅਗਲੀ ਗੱਲ ਇਹ ਹੈਗੀ ਆ ਕਿ ਜੋ ਇੱਥੇ ਦਾ ਸੈਸ਼ਨ ਹੈ, ਬਿਲਕੁਲ ਤੁਸੀਂ ਠੀਕ ਕਿਹਾ, ਉਹਦੇ ਵਿੱਚ ਮੈਨੂੰ ਬਹੁਤੀ ਸਵੈ ਸਾਹਿਬ ਦੀ ਗੱਲ ਤੇ ਨਹੀਂ ਸੁਣੀ, ਪਰ ਇੱਕ ਨਿੱਕਾ ਪੁਆਇੰਟ ਬਹੁਤ ਜ਼ਰੂਰੀ ਆ ਗੌਰਵ ਜੀ, ਕਿ ਉਹ ਡਰਾਫਟ ਜੋ ਕੈਪਟਨ ਸਾਹਿਬ ਨੇ ਤਿਆਰ ਕਰ ਲਿਆ ਜਾਂ ਸੋਨੀਆ ਗਾਂਧੀ ਨੇ ਭੇਜ ਦਿੱਤਾ ਜਾਂ ਸਿੰਘਵੀ ਨੇ ਭੇਜ ਦਿੱਤਾ, ਉਸ ਨੂੰ ਵਾਈਡਲੀ ਸਰਕੂਲੇਟ ਕੀਤਾ ਜਾਵੇ, ਉਹ ਅਪੋਜੀਸ਼ਨ ਪਾਰਟੀਆਂ ਨੂੰ ਵੀ ਦਿੱਤਾ ਜਾਵੇ, ਉਹ ਕਿਸਾਨ ਲੀਡਰਾਂ ਨੂੰ ਵੀ ਦਿੱਤਾ ਜਾਏ, ਇਹ ਤੋਂ ਪਹਿਲਾਂ ਕਿ 19 ਤਰੀਕ ਨੂੰ ਉੱਥੇ ਪੇਸ਼ ਕੀਤਾ ਜਾਏ। ਹੁੰਦਾ ਕੀ ਹੈ ਕਿ ਐਡਾ ਸਾਰਾ ਪੋਥਾ ਉੱਥੇ ਰੱਖਤਾ ਜਾਂਦਾ, ਕਿਸੇ ਨੂੰ ਕੋਈ ਪੜ੍ਹਨ ਦਾ ਟਾਈਮ ਨਹੀਂ ਹੁੰਦਾ। ਅਸੀਂ ਹੁਣੇ ਵੀ ਸਰਕਾਰ ਦੇ ਕੁਝ ਮਿਨਿਸਟਰ ਸਾਹਿਬਾਨ ਨਾਲ ਗੱਲ ਕਰਕੇ ਹਟਿਆ, ਮੈਂ ਖੁਦ ਫੋਨ ਕਰਕੇ ਕਿ ਸਾਨੂੰ ਡਰਾਫਟ ਤੇ ਦੇ ਦਿਓ, ਅਸੀਂ ਵੇਖ ਤੇ ਲਈਏ, ਉਹਦੇ ਚ ਫਿਰ ਕੱਲ ਨੂੰ ਰੌਲਾ ਪਊਗਾ ਕਿ ਅਸੀਂ ਰਿਜੈਕਟ ਕਰਦੇ ਆ। ਉਹ ਕਹਿੰਦੇ ਕਿ ਅਜੇ ਤੇ ਸਾਡੇ ਕੋਲ ਵੀ ਨਹੀਂ ਆਇਆ, ਪਰ ਜੇ ਲੋੜ ਪਈ ਤਾਂ ਅਸੀਂ ਇਹ ਸੈਸ਼ਨ ਨੂੰ 2-3 ਦਿਨ ਵਧਾ ਸਕਦੇ ਆ। 19 ਤੋਂ ਅਸੀਂ ਪੂਰਾ ਟਾਈਮ ਦੇਵਾਂਗੇ ਪੜ੍ਹਨ ਲਈ ਤੇ ਡਿਸਕਸ ਕਰਨ ਲਈ। ਇਹ ਉਹਨਾਂ ਦਾ ਜਵਾਬ ਸੀ। ਪਰ ਮੇਰੀ ਅਜੇ ਵੀ ਬੇਨਤੀ ਆ ਤੁਹਾਡੇ ਚੈਨਲ ਰਾਹੀਂ ਕਿ ਉਹ ਡਰਾਫਟ ਕਿਸਾਨ ਲੀਡਰਾਂ ਕੋਲੋਂ ਤੇ ਪਾਰਟੀਆਂ ਕੋਲੋਂ ਘੱਟੋ ਘੱਟ 2 ਦਿਨ ਪਹਿਲਾਂ ਜ਼ਰੂਰ ਆ ਜਾਣਾ ਚਾਹੀਦਾ। ਠੀਕ ਹੈ, ਮੈਂ ਇਸ ਪੁਆਇੰਟ ਦੇ ਉੱਤੇ ਮੈਂ ਸਵੈਜ ਸਾਹਿਬ ਦਾ ਰਿਐਕਸ਼ਨ ਲਵਾਂਗਾ, ਪਰ ਪਹਿਲਾਂ ਮੈਂ ਰੁਕ ਕਰਦਾ ਪੰਦੇਜ ਸਾਹਿਬ ਦਾ। ਪੰਦੇਜ ਸਾਹਿਬ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ। ਪੰਦੇਜ ਸਾਹਿਬ, ਇਹ ਗੱਲਬਾਤ ਹੁਣ ਕਿਸੇ ਲੈਵਲ ਤੇ ਜਾ ਕੇ ਹੋਏਗੀ ਜਾਂ ਨਹੀਂ ਹੋਏਗੀ? ਦਿੱਲੀ ਦੀ ਸਰਕਾਰ ਦੇ ਨਾਲ ਕੋਈ ਤੁਸੀਂ ਪਲਾਨ ਕਰ ਰਹੇ ਹੋ ਕਿ ਕਿਵੇਂ ਗੱਲਬਾਤ ਕਰਨੀ ਹੈ, ਨਹੀਂ ਕਰਨੀ, ਕਿ ਕੋਈ ਸਿੱਧਾ ਮੰਤਰੀ ਤੁਹਾਡੇ ਕੋਲ ਆਵੇ ਤਾਂ ਹੀ ਗੱਲਬਾਤ ਕਰੋਗੇ? ਦੇਖਿਏ, ਸਾਡਾ ਅਸੀਂ ਪਲਾਨ ਕਲੀਅਰ ਕਰਤਾ ਸੀ, ਗੱਲਬਾਤ ਤੋਂ ਨਹੀਂ ਕਦੀ ਭੱਜਦੇ। ਪਹਿਲੀ ਗੱਲ ਤਾਂ ਗੱਲਬਾਤ ਦਾ ਮਾਹੌਲ ਪੈਦਾ ਕੀਤਾ ਜਾਵੇ। ਇਹ ਜਿਹੜੇ ਆਪਾ ਵਿਰੋਧੀ ਬਿਆਨ ਦੇ ਕੇ ਸਾਨੂੰ ਪ੍ਰਮੋਟ ਕਰਨ ਵਾਲੀਆਂ ਗੱਲਾਂ 'ਚ ਗੱਲਬਾਤ ਨਹੀਂ ਚੱਲਣੀ। ਅਸੀਂ ਸਾਫ਼ ਕਹਿੰਦੇ ਆ, ਪ੍ਰਧਾਨ ਮੰਤਰੀ ਸਾਹਿਬ ਖੁਦ ਮੀਟਿੰਗ ਸੱਦਣ, ਹਰਿਆਣੇ ਵਾਲੇ ਤੇ ਦੇਸ਼ ਦੀਆਂ ਜਥੇਬੰਦੀਆਂ ਨੂੰ ਸੱਦਣ, ਅਸੀਂ ਮੀਟਿੰਗ ਕਰਨ ਜਾਵਾਂਗੇ, ਪਰ ਉਸ ਤੋਂ ਪਹਿਲਾਂ ਗੱਲਬਾਤ ਦਾ ਮਾਹੌਲ ਪੈਦਾ ਹੋਣਾ ਚਾਹੀਦਾ। ਹੁਣ ਮੈਂ ਇੱਕ ਬੇਨਤੀ ਕਰਦਾ ਵੀ ਇਹ ਪੰਜਾਬ ਦੇ ਲੋਕ ਫੈਸਲਾ ਕਰ ਲੈਣਗੇ ਵੀ ਗੱਲਬਾਤ ਲਈ ਜਾਂਦੇ ਨਹੀਂ, ਗੱਲਬਾਤ ਲਈ ਗਏ ਆ। ਇਹ ਦੇਸ਼ ਤੇ ਦੁਨੀਆ ਵੇਖ ਰਹੀ ਆ। ਜੋ ਵਿਹਾਰ ਭਾਜਪਾ ਨੇ ਕੀਤਾ, ਅਸੀਂ ਛੋਟੇ ਆ, ਪੰਜਾਬ ਤੇ ਦੇਸ਼ ਦੇ ਲੋਕ ਵੱਡੇ ਨੇ ਤੇ ਆਪੇ ਸਬਕ ਸਿਖਾ ਦੇਣਗੇ ਵੀ ਪ੍ਰਧਾਨ ਮੰਤਰੀ ਵੱਡਾ ਨਹੀਂ ਹੁੰਦਾ, ਦੇਸ਼ ਦੀ ਜਨਤਾ ਵੱਡੀ ਹੁੰਦੀ ਹੈ। ਇੱਥੇ ਲੋਕਤੰਤਰ ਆ। ਪ੍ਰਧਾਨ ਮੰਤਰੀ ਜੀ ਬਿਹਾਰ ਵੋਟਾਂ ਮੰਗਣ ਜਾਣਗੇ, ਇੱਥੇ ਵੋਟਾਂ 'ਚ ਬਠਿੰਡੇ, ਇੱਥੇ ਆਪਣਾ ਹੋਰ ਆਪਣੇ ਸੂਬੇ 'ਚ ਆਉਣਗੇ, ਪਰ ਉਹਨਾਂ ਪ੍ਰੋਟੋਕਾਲ ਕਹਿੰਦੇ ਧਿਆਨ ਰੱਖੋ ਵੀ ਲੋਕਾਂ ਤੋਂ ਵੱਡੀ ਕੋਈ ਸਰਕਾਰ ਨਹੀਂ ਹੁੰਦੀ। ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਆ, ਔਰ ਸਾਨੂੰ ਪੂਰੀ ਆਸ ਆ ਲੋਕਾਂ ਕੋਲੇ। ਤੇ ਲੋਕਾਂ ਨੂੰ ਅਸੀਂ ਕਹਿੰਦੇ ਵੀ ਹੁਣ ਲੋਕਾਂ ਨੂੰ ਘਰਾਂ ਤੋਂ ਨਿਕਲਦਾ ਸਮਝਿਆ, ਸਾਡੀਆਂ ਮੰਡੀਆਂ ਵੀ ਜਾਣੀਆਂ, ਜ਼ਮੀਨਾਂ ਵੀ ਜਾਣੀਆਂ। ਠੀਕ ਹੈ, ਤੁਸੀਂ ਕਹਿ ਰਹੇ ਹੋ ਬਹੁਤ ਕਲੀਅਰ ਹੈ ਕਿ ਮੰਤਰੀ ਲੈਵਲ ਤੇ ਗੱਲਬਾਤ ਹੋਵੇ। ਇਨਫੈਕਟ ਪੰਦੇਜ ਸਾਹਿਬ ਤਾਂ ਕਹਿ ਰਹੇ ਨੇ ਕਿ ਡਾਇਰੈਕਟਲੀ ਪ੍ਰਧਾਨ ਮੰਤਰੀ ਮੀਟਿੰਗ ਬੁਲਾਉਣ, ਕਿਸਾਨਾਂ ਦੇ ਨਾਲ ਗੱਲਬਾਤ ਕਰਨ। ਗਰੇਵਾਲ ਸਾਹਿਬ, ਮਾਹੌਲ ਨਹੀਂ ਬਣਾ ਪਾ ਰਹੀ ਕੇਂਦਰ ਦੀ ਸਰਕਾਰ ਗੱਲਬਾਤ ਦਾ। ਇੱਕ ਪਾਸੇ ਬਿਆਨਾਂ ਦੀ ਝੜੀ ਹੈ, ਇੱਕ ਪਾਸੇ ਇੱਕ ਕੈਂਪੇਨ ਚਲਾਈ ਜਾਂਦੀ ਹੈ ਮੰਤਰੀਆਂ ਨੂੰ ਭੇਜ ਕੇ ਪੰਜਾਬ ਦੇ ਵਿੱਚ, ਤੇ ਇੱਕ ਪਾਸੇ ਤੁਸੀਂ ਮੀਟਿੰਗਾਂ ਦੇ ਲਈ ਸੱਦਦੇ ਹੋ, ਤੇ ਕਿਸਾਨ ਆਗੂ ਕਹਿ ਰਹੇ ਨੇ ਮਾਹੌਲ ਨਹੀਂ ਹੈ ਗੱਲਬਾਤ ਵਾਲਾ ਜਿਵੇਂ ਦਾ ਹੋਣਾ ਚਾਹੀਦਾ। ਗੌਰਵ ਜੀ, ਮੈਂ ਇੱਕ ਇੱਕ ਕਰਕੇ ਗੱਲ ਦਾ ਜਵਾਬ ਦਿੰਦਾ ਜੀ। ਪਹਿਲੀ ਗੱਲ ਤਾਂ ਇਹ ਹੈ, ਜੋ ਰਾਜੇਵਾਲ ਜੀ ਨੇ ਕਿਹਾ ਕਿ ਜਿਹੜੇ ਸਾਡੇ ਕਨਸਟੀਟਿਊਸ਼ਨਲ ਇੰਸਟੀਟਿਊਸ਼ਨ ਨੇ, ਡੈਮੋਕ੍ਰੈਟਿਕ ਇੰਸਟੀਟਿਊਸ਼ਨ, ਜਿਸ ਤਰ੍ਹਾਂ
ਸਾਡੀ ਸੁਪਰੀਮ ਕੋਰਟ ਹੈ ਜਾਂ ਬਾਕੀ ਇੰਸਟੀਟਿਊਸ਼ਨ ਨੇ, ਉਹ ਪ੍ਰੋਟੈਕਟਡ ਨਹੀਂ ਹੈਗੇ, ਰਿਸਪੈਕਟਡ ਨਹੀਂ ਹੈਗੇ। ਮੈਂ ਉਹਨਾਂ ਦੀ ਇਸ ਗੱਲ ਨਾਲ ਸਹਿਮਤ ਨਹੀਂ। ਉਹ ਪ੍ਰੋਟੈਕਟਡ ਵੀ ਨੇ, ਰਿਸਪੈਕਟਡ ਵੀ ਨੇ। ਸੁਪਰੀਮ ਕੋਰਟ ਬਰਾਬਰ ਉਹਦਾ ਸਤਿਕਾਰ ਹੈ ਔਰ ਸਰਕਾਰ ਉਹਦੀ ਹਰ ਗੱਲ ਨੂੰ ਦਿੰਦੀ ਹੈ। ਜੇ ਕੋਈ ਆਦੇਸ਼ ਉਧਰੋਂ ਸੁਪਰੀਮ ਕੋਰਟ ਤੋਂ ਆਉਂਦਾ, ਇਹ ਇਦਾਂ ਦਾ ਪ੍ਰਚਾਰ ਨਹੀਂ ਹੋਣਾ ਚਾਹੀਦਾ। ਦੂਸਰਾ, ਜਿਹੜੇ ਮਿਨਿਸਟਰ ਆ ਰਹੇ ਨੇ, ਕਿਉਂਕਿ ਬੀਜੇਪੀ ਨੂੰ ਬਦਨਾਮ ਕੀਤਾ ਜਾ ਰਿਹਾ, ਐਂਟੀ ਫਾਰਮਰ ਦਿਖਾਇਆ ਦੀਆਂ ਪਾਰਟੀਆਂ ਮਿਲ ਕੇ ਲੱਗੀਆਂ ਨੇ ਸਾਡੇ ਖਿਲਾਫ, ਤਾਂ ਸਾਡੇ ਮਿਨਿਸਟਰ ਵੀਡੀਓ ਕਾਨਫਰੰਸ ਰਾਹੀਂ ਕਿਸਾਨਾਂ ਨਾਲ ਸਿੱਧਾ ਵਾਰਤਾਲਾਪ ਕਰਦੇ ਆ, ਉਹਨਾਂ ਸਵਾਲਾਂ ਦੇ ਜਵਾਬ ਦਿੰਦੇ ਆ। ਉਹ ਸਾਡਾ ਡੈਮੋਕ੍ਰੈਟਿਕ ਰਾਈਟ ਆ ਬੀਜੇਪੀ ਦਾ। ਉਸ ਦੇ ਉੱਪਰ ਵੀ ਕੋਈ ਪ੍ਰਸ਼ਨ ਚਿੰਨ੍ਹ ਹੋਵੇ, ਉਹ ਨਹੀਂ ਲਗਾਇਆ ਜਾ ਸਕਦਾ। ਤੀਸਰੀ ਗੱਲ, ਜਿਹੜਾ ਇਹ ਕਹਿੰਦੇ ਨੇ ਕਿ ਗੱਲਬਾਤ ਦਾ ਮਾਹੌਲ ਨਹੀਂ ਹੈ, ਗੱਲਬਾਤ ਦਾ ਮਾਹੌਲ ਬਣਾਇਆ ਗਿਆ ਸਹੂਲਤਾਂ ਨਾਲ। ਸਰਕਾਰ ਅੱਗੇ ਦੀ ਸਾਡੀ ਜਿਹੜੀ 8 ਮੈਂਬਰੀ ਕਮੇਟੀ ਸੀ, ਡਿਊਟੀ ਲਾਈ ਗਈ। ਅਸੀਂ ਸਾਰਿਆਂ ਨਾਲ ਗੱਲ ਕੀਤੀ, ਸਾਰਿਆਂ ਨੂੰ ਇਹ ਕਿਹਾ ਕਿ ਭਾਈ ਪਹਿਲਾਂ ਸਰਕਾਰੀ ਅਧਿਕਾਰੀਆਂ ਨਾਲ ਬੈਠ, ਜਿਹੜੇ 2-3 ਇਸ਼ੂ ਰਹਿ ਜਾਣਗੇ ਉਹਨਾਂ ਦੀ ਫਿਰ ਗਰੁੱਪ ਆਫ ਮਿਨਿਸਟਰਸ ਨਾਲ ਗੱਲ ਹੋ ਜਾਏਗੀ। ਸਾਰੇ ਕਾਨੂੰਨ ਤਾਂ ਇਹ ਗਲਤ ਨਹੀਂ ਹੈ, ਇਹ ਸਾਰੇ ਕਾਨੂੰਨ ਤਾਂ ਕਿਸਾਨਾਂ ਦੇ ਵਿਰੋਧੀ ਨਹੀਂ ਹੈ। ਔਰ ਸਰਦਾਰਾ ਸਿੰਘ ਜੌਹਲ ਵਾਈਸ ਚਾਂਸਲਰ ਰਹੇ ਨੇ ਔਰ ਬੜੇ ਰਿਸਪੈਕਟਡ ਨੇ, ਉਹਨਾਂ ਨੇ ਕਿੰਨੀ ਵਕਾਲਤ ਕੀਤੀ, ਸ਼ੀਨਾ ਜੀ ਨੇ ਕੀਤੀ, ਬਾਕੀ ਸਾਰੇ ਲੋਕ नहीं, ऐसा कुछ नहीं है। जी नहीं, ਗਰੇਵਾਲ ਸਾਹਿਬ, ਕਿਸਾਨ ਬਹੁਤ ਛੋਟੀ ਜੀ ਗੱਲ ਕਹਿ ਰਹੇ ਨੇ ਕਿ ਜੇ ਤੁਸੀਂ 10 ਮੰਤਰੀ ਭੇਜ ਸਕਦੇ ਹੋ ਇੱਥੇ ਆ ਕੇ ਵਰਚੁਅਲ ਮੀਟਿੰਗ ਕਰਨ ਵਾਸਤੇ, ਤਾਂ ਇਹ ਜਥੇਬੰਦੀਆਂ ਨਾਲ ਗੱਲਬਾਤ ਕਰ ਲਓ। ਕਿਉਂ ਤੁਸੀਂ ਇੰਨੀ ਜ਼ਿਆਦਾ ਇਸ ਚੀਜ਼ ਨੂੰ ਉਲਝਾਇਆ ਜਾ ਰਿਹਾ ਹੈ ਕਿ ਕਿਸਾਨ ਆਗੂਆਂ ਦੇ ਵਿਚਾਲੇ ਮੀਟਿੰਗ ਕਿਉਂ ਨਹੀਂ ਹੋ ਰਹੀ? ਸਿੱਧਾ ਜਿਹਾ ਸਵਾਲ ਹੈ ਕਿ ਮੰਤਰੀ ਤੁਸੀਂ 5 ਲਿਆ ਕੇ ਬਿਠਾ ਦਿਓ ਕਿ ਕਰੋ ਜੀ ਇਹਨਾਂ ਨਾਲ ਗੱਲਬਾਤ। ਪ੍ਰੋਬਲਮ ਕੀ ਹੈ, ਕਿੱਥੇ ਪੇਚ ਫਸਿਆ ਹੋਇਆ? ਕਿਸਾਨਾਂ ਨੇ ਕੋਈ ਇਹੀ ਜੀ ਗੱਲ 5 ਮੰਤਰੀ ਆ ਕੇ ਬੈਠ ਜਾਣ? ਨਹੀਂ ਸਰ, ਉਹ ਤਾਂ ਲਗਾਤਾਰ ਜਿਹੜੀ ਮੀਟਿੰਗ ਅੱਜ ਵੀ ਸੀ, ਉਹਦੇ ਵਿੱਚ ਮੰਤਰੀ ਤਾਂ ਚਾਹੁੰਦੇ ਸੀ ਉਹ ਕਿ ਜੇ 2 ਮੰਤਰੀ ਬੈਠੇ ਹੁੰਦੇ ਤਾਂ ਗੱਲ ਹੀ ਕੁਝ ਨਹੀਂ ਸੀ। ਗੌਰਵ ਜੀ, ਸਾਡੇ ਲਈ ਕਿਸਾਨ ਵੀ ਬੜੇ ਸਤਿਕਾਰਯੋਗ ਨੇ, ਕਿਸਾਨ ਲੀਡਰ ਵੀ ਬੜੇ ਸਤਿਕਾਰਯੋਗ ਨੇ, ਔਰ ਇਹੀ ਜੀ ਕੋਈ ਗੱਲ ਨਹੀਂ ਹੈ ਕਿ ਮੰਤਰੀ ਜਾਂ ਸਰਕਾਰ ਉਹਨਾਂ ਨੂੰ ਕੋਈ ਅਪਮਾਨ ਕਰਨਾ ਚਾਹੁੰਦੀ ਹੈ। ਉਹਨਾਂ ਦੀ ਹਰ ਚੀਜ਼ ਦਾ ਸਨਮਾਨ ਆ, ਰਿਸਪੈਕਟ ਆ। ਆਖਰ ਉਹ ਅੰਦੋਲਨ ਤੇ ਉਤਰੇ ਨੇ, ਉਹਨਾਂ ਨੂੰ ਕੁਝ ਗੱਲ ਗਲਤ ਲੱਗੀ, ਉਹ ਤਦ ਹੀ ਆਏ ਨੇ। ਪਰ ਅਸੀਂ ਉਹਨਾਂ ਦੀ ਹਰ ਪ੍ਰੋਬਲਮ ਨੂੰ ਐਡਰੈਸ ਕਰਨ ਲਈ ਸਰਕਾਰ ਤਿਆਰ ਹੈ। ਉਹ ਬੈਠਣ, ਸਿਰਤਾ ਨਾਲ ਦੋਨੋਂ ਪਾਸਿਆਂ ਤੋਂ ਗੱਲ ਹੋਵੇ, ਐਸੀ ਕੋਈ ਗੱਲ ਨਹੀਂ ਹੈ। ਬੀਜੇਪੀ ਕੋਈ ਕਿਸਾਨ ਵਿਰੋਧੀ ਨਹੀਂ ਹੈ। ਪ੍ਰਧਾਨ ਮੰਤਰੀ ਗਰੇਵਾਲ ਸਾਹਿਬ ਕਿਵੇਂ ਬੈਠਣ ਲੋਕ ਜਾਣਨਾ ਚਾਹੁੰਦੇ ਨੇ ਨਾ। ਉਹ ਤਾਂ ਗਏ ਸੀ ਅੱਜ ਦਿੱਲੀ ਗੱਲਬਾਤ ਕਰਨ ਦੇ ਲਈ, ਉਹ ਕਿਵੇਂ ਬੈਠਣ? ਸਮਝਾਓ ਤੁਸੀਂ ਉਹਨਾਂ ਨੂੰ ਵੀ ਕਿ ਤੁਸੀਂ ਇਹ ਚੀਜ਼ ਕਰੋ, ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਹਾਂ। ਉਹ ਤਾਂ ਡਾਇਰੈਕਟਲੀ ਕਹਿ ਰਹੇ ਕਿ ਤੁਸੀਂ ਉੱਥੇ ਖੇਤੀਬਾੜੀ ਸਕੱਤਰ ਨੂੰ ਬਿਠਾਣਾ, ਕੋਈ ਦਿੱਕਤ ਨਹੀਂ, ਪਰ ਜਿਹੜੇ ਅਧਿਕਾਰੀ ਬੈਠੇ ਨੇ ਕੋਈ ਪ੍ਰੋਬਲਮ ਨਹੀਂ, ਪਰ ਜਿਹੜੇ ਮੰਤਰੀਆਂ ਦੀ ਉੱਥੇ ਮੌਜੂਦਗੀ ਜ਼ਰੂਰੀ ਹੈ, ਜਿਨ੍ਹਾਂ ਨੇ ਫੈਸਲਾ ਕਰਨਾ ਹੈ, ਉਹਨਾਂ ਨੂੰ ਉੱਥੇ ਕਿਉਂ ਨਹੀਂ ਆ? ਤੁਸੀਂ ਵੀਡੀਓ ਕਾਨਫਰੰਸਿੰਗ ਦੇ ਨਾਲ 2 ਮੰਤਰੀ ਜੋੜ ਦਿੰਦੇ, ਤੋਮਰ ਜੀ ਨੂੰ ਜੋੜ ਦਿੰਦੇ ਉੱਥੇ। ਤੁਹਾਨੂੰ ਲੱਗਦਾ ਨਹੀਂ ਕਿ ਪੰਜਾਬ ਲੀਡਰਸ਼ਿਪ ਦੀ ਬਹੁਤ ਵੱਡੀ ਭੂਮਿਕਾ ਕਿ ਜਾ ਕੇ ਕੇਂਦਰ ਵਾਲਿਆਂ ਨੂੰ ਕਹੇ ਕਿ ਜੋੜੋ, ਤੁਸੀਂ ਇਹਨਾਂ ਨਾਲ ਗੱਲ ਕਰੋ, ਸੁਣੋ ਤਾਂ ਸਹੀ ਕੀ ਕਹਿ ਰਹੇ ਨੇ ਕਿਸਾਨ ਲੀਡਰ? ਬਿਲਕੁਲ ਜੁੜਨਗੇ। ਕੋਈ ਗੱਲ ਦਾ ਐਂਡ ਤਾਂ ਹੋਇਆ ਨਹੀਂ ਹੈ ਅਜੇ ਵੀ। ਜੇ ਕੋਈ ਨਾ ਕੋਈ ਗਲਤਫਹਿਮੀ ਹੋ ਗਈ ਵਿੱਚ, ਇਸ ਕਰਕੇ ਥੋੜਾ ਡੈਡਲੌਕ ਆਇਆ, ਇਹ ਠੀਕ ਹੋ ਜਾਣਾ ਗੌਰਵ ਜੀ, ਐਸੀ ਕੋਈ ਗੱਲ ਨਹੀਂ ਹੈ। ਅਸੀਂ ਇਹਨਾਂ ਦਾ ਬਰਾਬਰ ਸਾਰਿਆਂ ਦਾ ਸਤਿਕਾਰ ਕਰਦੇ ਹਾਂ। ਠੀਕ ਹੈ ਸਰ, ਪ੍ਰਧਾਨ ਮੰਤਰੀ ਜੀ ਵੀ ਕਿਸਾਨਾਂ ਦਾ ਸਤਿਕਾਰ ਕਰਦੇ ਨਹੀਂ। ਤੁਸੀਂ ਬਾਰ-ਬਾਰ ਇਹੀ ਗੱਲ ਕਹਿ ਰਹੇ ਹੋ, ਪਰ ਕਿਸਾਨ ਇਸ ਚੀਜ਼ ਨੂੰ ਕਿਉਂ ਨਹੀਂ ਸਮਝ ਪਾ ਰਹੇ? ਮੈਂ ਰਾਜੇਵਾਲ ਸਾਹਿਬ, ਜੇਕਰ ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਹੈ, ਸਮਝਣਾ ਚਾਹੁੰਦੇ ਕਿ ਹੁਣ ਅੱਗੇ ਕੋਈ ਗੱਲਬਾਤ ਹੋਊਗੀ? ਜੇ ਦੁਬਾਰਾ ਸੱਦਾ ਆਇਆ ਤਾਂ ਜਥੇਬੰਦੀਆਂ ਦਿੱਲੀ ਜਾਣਗੀਆਂ ਕਿ ਨਹੀਂ? ਨਹੀਂ, ਗੱਲਬਾਤ ਦਾ ਰਸਤਾ ਅਸੀਂ ਕਦੀ ਬੰਦ ਨਹੀਂ ਕੀਤਾ। ਠੀਕ ਹੈ, ਬੀਜੇਪੀ ਮਾਹੌਲ ਨਹੀਂ ਬਣਨ ਦਿੰਦੀ ਹੈ। ਇੱਕ ਗੱਲ ਸਮਝੋ, ਇਹਦੇ ਪਿੱਛੇ ਇੱਕ ਕਾਰਨ ਹੈ ਬੜਾ ਵੱਡਾ। ਮੈਂ 2 ਗੱਲਾਂ ਕਰਾਂਗਾ, ਮੈਨੂੰ ਸਮਾਂ ਦਿਓ। 5 ਤਰੀਕ ਨੂੰ ਪੋਪ ਫਰਾਂਸਿਸ ਨੇ ਇੱਕ ਗੱਲ ਬੜੀ ਵੱਡੀ ਸਾਰੀ ਦੁਨੀਆ ਨੂੰ ਕਹੀ ਹੈ। ਉਹਨੇ ਕਿਹਾ ਜਿਹੜਾ ਕੈਪੀਟਲਿਸਟ ਇਕਨੋਮੀ ਦਾ ਕੰਸੈਪਟ ਹੈ, ਇਹਨੇ ਸਾਰੀ ਦੁਨੀਆ ਦੇ ਵਿੱਚ ਬਿਮਾਰੀਆਂ ਵੀ ਲਿਆਂਦੀਆਂ, ਗਰੀਬੀ ਵੀ ਲਿਆਂਦੀ, ਅਨਐਮਪਲੋਇਮੈਂਟ ਵੀ ਲਿਆਂਦੀ। ਇਹਦੇ ਨਾਲ 1% ਲੋਕਾਂ ਨੂੰ ਲਾਭ ਹੁੰਦਾ ਜਿਹੜੇ ਅਮੀਰ ਹੁੰਦੇ ਨੇ। ਸਾਰੀਆਂ ਸਰਕਾਰਾਂ ਨੂੰ ਨਵੇਂ ਸਿਰੇ ਸੋਚਣਾ ਚਾਹੀਦਾ ਹੈ। ਇਹ ਕੈਪੀਟਲਿਸਟ ਇਕਨੋਮੀ ਦੇ ਪਖੰਡ ਨੂੰ ਛੱਡ ਕੇ ਆਪੋ ਆਪਣੇ ਦੇਸ਼ ਦੇ ਹਾਲਾਤਾਂ ਅਨੁਸਾਰ, ਉੱਥੇ ਦੀ ਜੋ ਨੇਚਰ ਨੇ ਜੋ ਕੋਈ ਬਖਸ਼ਿਆ, ਉਹਦੇ ਅਨੁਸਾਰ ਲੋਕਾਂ ਦੇ ਹੱਕ 'ਚ ਪਾਲਿਸੀਆਂ ਕਰਨ ਔਰ ਦੇਸ਼ ਨੂੰ ਚਲਾਉਣ। ਕੈਪੀਟਲਿਸਟ ਸਿਸਟਮ ਜਿਹੜਾ ਉਹ ਬੰਦ ਕਰਨ। ਇੱਕ ਗੱਲ। ਦੂਸਰੀ ਗੱਲ, ਸਾਡੇ ਇੱਥੇ ਕੀ ਹੋ ਗਿਆ, ਇਹਦਾ ਕਾਰਨ ਜਿਹੜਾ ਇਹ ਨਹੀਂ ਇਹਨਾਂ ਨੇ ਕਹਿਣਾ ਆਪਣੇ ਮੂੰਹੋਂ। ਅੰਬਾਨੀਆਂ ਦੇ ਕੋਲ ਤੇਲ ਦਾ ਸੈਕਟਰ ਹੈ, ਅੰਬਾਨੀਆਂ ਦੇ ਕੋਲ ਡਿਫੈਂਸ ਦਾ ਸੈਕਟਰ ਹੈ, ਅੰਬਾਨੀਆਂ ਦੇ ਕੋਲ ਕਮਿਊਨੀਕੇਸ਼ਨ ਸੈਕਟਰ ਹੈ, ਅਡਾਨੀ ਦੇ ਕੋਲ ਕੋਲ ਸੈਕਟਰ ਹੈ, ਰੇਲਵੇ ਹੈ, ਹਵਾਈ ਅੱਡੇ ਨੇ।
ਇਹ ਹੌਲੀ ਹੌਲੀ ਸਾਰਾ ਕੁਝ ਪ੍ਰਾਈਵੇਟਾਈਜ਼ ਜਿਹੜਾ ਵੱਡੇ ਪੱਧਰ ਤੇ ਜਿਹੜੀਆਂ ਸਾਡੀਆਂ ਬਹੁਤ ਹੀ ਅੱਛੀਆਂ PSUs ਨੇ ਉਹਨਾਂ ਨੂੰ ਦੇਈ ਜਾ ਰਹੇ ਨੇ। ਮੈਨੂੰ ਲੱਗਦਾ ਇਹ ਆ ਵੀ ਮੋਦੀ ਜੀ ਨੇ ਸ਼ਾਇਦ ਤਹਈਆ ਕਰ ਲਿਆ ਵੀ ਆਪਣੇ ਦੋਹਾਂ ਦੋਸਤਾਂ ਦੇ ਕੋਲ ਸਾਰਾ ਕੁਝ ਦੇਸ਼ ਦਾ ਵੇਚ ਦੇਣਾ। ਹੁਣ ਐਗਰੀਕਲਚਰ ਸੈਕਟਰ ਰਹਿੰਦਾ ਸੀ, ਇਹਦੇ ਤੇ ਵੀ ਤਹਈਆ ਧਰ ਲਿਆ ਔਰ ਇਹ ਕਿਤੇ ਇਹ ਨਾ ਹੋਵੇ ਈਸਟ ਇੰਡੀਆ ਕੰਪਨੀ ਵਾਂਗੂ ਫਿਰ ਹੌਲੀ ਹੌਲੀ ਇਹ ਕੰਪਨੀਆਂ ਮਿਲ ਕੇ ਰਾਜੇਵਾਲ ਸਾਹਿਬ ਬਣਾ ਲੈ। ਠੀਕ ਹੈ, ਤੁਸੀਂ ਆਪਣੀ ਗੱਲ ਰੱਖੋ, ਮੈਂ ਮਾਫੀ ਚਾਹੁੰਦਾ ਕਿ ਮੇਰੇ ਕੋਲ ਸਮਾਂ ਬਹੁਤ ਘੱਟ ਹੈ। ਦੇਖੋ ਮੈਂ ਇੱਕ ਚੀਜ਼ ਜਾਣਨੀ ਚਾਹੁੰਦਾ, ਲੋਕ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਹੁਣ ਅੱਗੇ ਗੱਲਬਾਤ ਕਿਵੇਂ ਹੋਏਗੀ। ਜਿਹੜੀ ਮੈਂ ਮੰਤਰੀਆਂ ਵਾਲੀ ਗੱਲ ਕੀਤੀ ਸੀ ਗਰੇਵਾਲ ਸਾਹਿਬ ਨੂੰ, ਮੈਂ ਕਿਹਾ 5 ਮੰਤਰੀ ਲਿਆ ਕੇ ਬਿਠਾ ਦਿਓ, ਕੀ ਪ੍ਰੋਬਲਮ ਹੈ? ਤਾਂ ਉਹ ਕਹਿੰਦੇ ਕਿ ਕਿਸਾਨਾਂ ਨੇ ਕਦੇ ਅਜਿਹੀ ਗੱਲ ਕੀਤੀ ਨਹੀਂ ਕਿ ਸਾਡੀ 5 ਮੰਤਰੀਆਂ ਨਾਲ ਗੱਲਬਾਤ ਕਰਵਾ ਦਿਓ। ਦੇਖੋ ਗੱਲਬਾਤ ਅੱਗੇ ਕਿਵੇਂ ਹੋਏਗੀ ਗੱਲਬਾਤ? ਬੀਜੇਪੀ ਦਾ ਇੱਕ ਫਾਰਮੂਲਾ ਝੂਠ ਬੋਲੋ ਤਾਂ ਕਿ ਉਹ ਸੱਚ ਲੱਗਣ ਲੱਗ ਜਾਏ। ਇਹ ਉਸ ਫਾਰਮੂਲੇ ਤੋਂ ਬਾਹਰ ਬੀਜੇਪੀ ਦਾ ਕੋਈ ਵੀ ਬੰਦਾ ਨਹੀਂ ਨਿਕਲੇਗਾ। ਅਸਲੀਅਤ ਇਹੀ ਆ, ਅਸੀਂ ਬਾਰ-ਬਾਰ ਸਾਡਾ ਕਿਤੇ ਸਿਰ ਤਾਂ ਫਿਰਿਆ ਨਹੀਂ ਕਿ ਅਸੀਂ ਉਹਨਾਂ ਨੂੰ ਮੇਲ ਕੀਤੀ ਹੈ। ਜਿੱਦਣ ਇਹ ਸੱਦਾ ਆਇਆ ਉਹਦੇ ਬਾਅਦ ਮੇਲ ਕੀਤੇ ਵੀ ਸਾਨੂੰ ਇਹ ਦੱਸਿਆ ਜਾਏ ਕਿ ਕਿਹੜਾ ਮੰਤਰੀ ਸਾਡੇ ਨਾਲ ਬੈਠੂ। ਉਹਨਾਂ ਨੇ ਸਾਨੂੰ ਜਵਾਬ ਨਹੀਂ ਦਿੱਤਾ। ਸਾਡੀ ਮਜਬੂਰੀ ਇਹ ਸੀ ਵੀ ਜੇ ਅਸੀਂ ਨਾ ਜਾਂਦੇ ਇਹਨਾਂ ਨੇ ਕਹਿਣਾ ਸੀ 2 ਵਾਰੀ ਸੱਦਾ ਦੇ ਦਿੱਤਾ ਜੀ, ਇਹ ਜਾਂਦੇ ਨਹੀਂ, ਇਹ ਗੱਲਬਾਤ ਤੋਂ ਭੱਜਦੇ ਨੇ। ਅਸੀਂ ਸਿਰਫ ਇਸ ਲਈ ਉੱਥੇ ਗਏ। ਜਦੋਂ ਉੱਥੇ ਸਾਡੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇ ਸਕਿਆ ਸੈਕਟਰੀ ਐਗਰੀਕਲਚਰ, ਇਹ ਗਰੇਵਾਲ ਜੀ ਹੁਣ ਨਵੀਂ ਕਹਾਣੀ ਘੜਦੇ ਨੇ। ਇਹ 7-8 ਦਿਨ ਸਾਰੇ ਇਕੱਲੇ ਲੀਡਰ ਦੇ ਮਗਰ ਫਿਰਦੇ ਰਹੇ ਨੇ ਵੀ ਆਓ ਜੀ ਗੱਲਬਾਤ ਤੇ, ਆਓ ਜੀ ਗੱਲਬਾਤ ਤੇ। ਸਾਡੀ ਧਿਆਨ ਨਾਲ ਆਖਰੀ ਛੋਟਾ ਜਿਹਾ ਸਵਾਲ ਮੇਰੇ ਕੋਲ ਹੋਰ ਹੈ, ਪੰਜਾਬ ਵਿਧਾਨ ਸਭਾ ਦੇ ਸੈਸ਼ਨ ਤੋਂ ਕੋਈ ਉਮੀਦ ਹੈ? ਦੇਖੋ ਜੀ, ਕਰਨ ਦਿਓ ਕਾਂਗਰਸ ਪਾਰਟੀ ਨੂੰ ਜੋ ਕਰਦੇ। ਅਸੀਂ ਤਾਂ ਸਾਡੇ ਕੋਲ ਇਹਨਾਂ ਦੇ 3 ਮੰਤਰੀ ਆਏ ਸੀ ਕੱਲ ਮੀਟਿੰਗ ਵਿੱਚ, ਉਹਨਾਂ ਨੂੰ ਅਸੀਂ ਕਿਹਾ ਸੀ ਵੀ ਅਸੀਂ ਪਹਿਲਾਂ ਆਲਰੇਡੀ ਪਾਸ ਕਰ ਚੁੱਕੇ ਹਾਂ ਵੀ ਤੁਸੀਂ ਆਪਣਾ ਫਰਜ਼ ਨਿਭਾਓ। ਜੇ ਤੁਸੀਂ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਨਹੀਂ ਨਿਭਾਉਂਦੇ ਤਾਂ ਅਸੀਂ ਫਿਰ ਤੁਹਾਡੇ ਨਾਲ ਵੀ ਉਹੀ ਵਰਤਾਓ ਕਰਾਂਗੇ ਜਿਹੜਾ ਬੀਜੇਪੀ ਦੇ ਲੀਡਰਾਂ ਨਾਲ ਕਰਦੇ ਹਾਂ। ਅੱਜ ਉਹਨਾਂ ਦਾ ਵਿਰੋਧ ਕਰ ਰਹੇ ਹਾਂ, ਫਿਰ ਤੁਹਾਡਾ ਵੀ ਉਨਾ ਹੀ ਕਰਾਂਗੇ। ਠੀਕ ਹੈ, ਅਪੀਲ ਕਰਕੇ ਗਏ ਸੀ ਕਿ ਰੇਲ ਰੋਕੋ ਅੰਦੋਲਨ ਖਤਮ ਕਰ ਦਿਓ, ਉਹਨੂੰ ਖਤਮ ਕਰਨ ਬਾਰੇ ਕੋਈ ਵਿਚਾਰ ਨਹੀਂ? ਉਹ ਕੱਲ ਨੂੰ ਮੀਟਿੰਗ ਆ, ਉਹਦੇ ਵਿੱਚ ਅੰਦੋਲਨ ਜਾਰੀ ਰਹੂਗਾ। ਕੱਲ ਦੀ ਮੀਟਿੰਗ ਵਿੱਚ ਡਿਸਾਈਡ ਕਰਾਂਗੇ ਅਸੀਂ ਹੋਰ ਸਖਤ ਕਦਮ ਕਿਹੜਾ ਚੁੱਕਣਾ। ਚਲੋ ਠੀਕ ਹੈ, ਬਹੁਤ ਬਹੁਤ ਧੰਨਵਾਦ ਰਾਜੇਵਾਲ ਸਾਹਿਬ ਸਾਡੇ ਨਾਲ ਜੁੜਨ ਦੇ ਲਈ। ਗਰੇਵਾਲ ਸਾਹਿਬ, ਇੱਕ ਛੋਟੀ ਜਿਹੀ ਰਿਐਕਸ਼ਨ, ਮੈਂ ਬਾਕੀ ਮਹਿਮਾਨਾਂ ਕੋਲ ਨਹੀਂ ਜਾ ਪਾਉਂਗਾ ਪਰ ਬੀਜੇਪੀ ਦਾ ਰਿਐਕਸ਼ਨ ਬਹੁਤ ਜ਼ਰੂਰੀ ਹੈ। ਉਮੀਦ ਕੀਤੀ ਜਾਵੇ ਕਿ ਪੰਜਾਬ ਬੀਜੇਪੀ ਦੇ ਲੀਡਰ ਇੱਕ ਅਹਿਮ ਭੂਮਿਕਾ ਨਿਭਾਉਣਗੇ। ਕੋਸ਼ਿਸ਼ ਰਹੇਗੀ ਉਹਨਾਂ ਦੀ ਅਗਲੇ 48 ਘੰਟਿਆਂ 'ਚ 72 ਘੰਟਿਆਂ 'ਚ ਨਵਾਂ ਸੱਦਾ ਲੈ ਕੇ ਆਉਣ, ਮੰਤਰੀਆਂ ਵਾਲਾ ਸੱਦਾ। ਗਰੇਵਾਲ ਸਾਹਿਬ, ਤੁਹਾਡੇ ਉੱਤੇ ਇਸ ਸਮੇਂ ਪੰਜਾਬ ਦੇ ਲੋਕ ਬਹੁਤ ਨਜ਼ਰਾਂ ਲਗਾ ਕੇ ਬੈਠੇ ਨੇ, ਜਿਹੜੇ ਪੰਜਾਬ ਦੇ ਲੀਡਰ ਨੇ। ਗੌਰਵ ਜੀ, ਮੈਂ ਇੱਕ ਗੱਲ ਕਹਿਣਾ ਕਿ ਬੀਜੇਪੀ ਨੂੰ ਯੋਜਨਾਬੱਧ ਤਰੀਕੇ ਨਾਲ ਐਂਟੀ ਫਾਰਮਰ ਆਰਗੇਨਾਈਜੇਸ਼ਨ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਬਿਲਕੁਲ ਇਹਦੇ ਲਈ ਸੁਹਿਰਦ ਹਾਂ ਔਰ ਪੰਜਾਬ ਬੀਜੇਪੀ ਪੂਰੀ ਤਰ੍ਹਾਂ ਪਹਿਲਾਂ ਵੀ ਕੋਸ਼ਿਸ਼ ਕਰ ਰਹੀ ਹੈ, ਹੁਣ ਵੀ ਕਰੇਗੀ। ਇਸ ਗੱਲ ਨੂੰ ਸਿਰੇ ਲਾਵਾਂਗੇ ਔਰ ਮੋਦੀ ਜੀ ਵੀ ਚਾਹੁੰਦੇ ਆ ਕਿ ਕਿਸਾਨ ਜਿਹੜਾ ਸ਼ਾਂਤ ਰਹੇ ਔਰ ਖੁਸ਼ਹਾਲ ਰਹੇ ਔਰ ਅੱਗੇ ਉਹਦੀ ਆਮਦਨ ਵਧੇ, ਇਸੇ ਲਈ ਇਹ ਕਾਨੂੰਨ ਲਿਆਂਦੇ ਗਏ ਆ। ਔਰ ਇਹ ਜਿਹੜਾ ਕਹਿੰਦੇ ਕਿ ਕਾਨੂੰਨ ਸਾਰੇ ਹੀ ਰੱਦ ਕਰ ਦਿਓ, ਸਾਡੀ ਸਰਕਾਰ ਕਿਸਾਨ ਵਿਰੋਧੀ ਨਹੀਂ ਹੈ। ਮੋਦੀ ਜੀ ਨੇ ਕਾਨੂੰਨ ਜਿਹੜੇ ਬਣਾਏ ਆ ਕਿਸਾਨ ਹਿੱਤੂ ਨੇ, ਮੈਂ ਹੁਣ ਵੀ ਕਹਿੰਦਾ ਉਹਨਾਂ 'ਚ ਕੋਈ ਦਿੱਕਤ ਆ ਕਿਤੇ। ਚਲੋ ਠੀਕ ਹੈ, ਉਹਦੇ ਬਾਰੇ ਚਰਚਾ ਸਰਕਾਰ ਕਰੇ। ਠੀਕ ਹੈ, ਤੁਸੀਂ ਬਾਰ-ਬਾਰ ਇਹੀ ਕਹਿ ਰਹੇ ਹੋ ਕਿ ਕਾਨੂੰਨਾਂ ਦੇ ਉੱਤੇ ਚਰਚਾ ਕਰੋ। ਪੰਦੇਰ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ। ਪੰਦੇਰ ਸਾਹਿਬ 20 ਸੈਕਿੰਡਸ ਨੇ ਮੇਰੇ ਕੋਲ, ਪਲੀਜ਼ 20 ਸੈਕਿੰਡ ਤੋਂ ਵੱਧ ਨਾ ਲਿਓ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਪੰਦੇਰ ਸਾਹਿਬ, ਇਹ ਕਿਸਾਨ ਨੂੰ ਭਗਵਾਨ ਕਹਿ ਰਹੇ ਨੇ ਤੇ ਭਗਵਾਨ ਨੂੰ ਵੇਚਣ ਦਾ ਇਹਨਾਂ ਸੌਦਾ ਕਰ ਲਿਆ। ਇਹ ਕਿਸਾਨ ਕਦੀ ਬਰਦਾਸ਼ਤ ਨਹੀਂ ਕਰੂਗਾ ਤੇ ਆਪਾਂ ਸੰਘਰਸ਼ ਕਰਾਂਗੇ। ਚਲੋ ਠੀਕ ਹੈ, ਬਹੁਤ ਬਹੁਤ ਧੰਨਵਾਦ ਸਰ ਸਾਡੇ ਨਾਲ ਜੁੜਨ ਦੇ ਲਈ। ਪ੍ਰੋਫੈਸਰ ਸਾਹਿਬ ਤੇ ਸਵੈਤ ਸਾਹਿਬ, ਮਾਫੀ ਚਾਹੂੰਗਾ ਕਿ ਆਖਰੀ ਰਿਐਕਸ਼ਨ ਦੇ ਲਈ ਨਹੀਂ ਆ ਪਾਇਆ। ਇਸ ਚਰਚਾ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਦਿੱਲੀ ਵਾਲੀ ਮੀਟਿੰਗ ਦੇ ਵਿੱਚ ਕੀ ਹੋਇਆ ਹੈ ਉਹ ਤੁਹਾਨੂੰ ਦੱਸ ਸਕੀਏ। ਬੀਰ ਸਿੰਘ ਰਾਜੇਵਾਲ ਜੀ ਸਾਡੇ ਨਾਲ ਜੁੜੇ ਹੋਏ ਸਨ, ਉਹਨਾਂ ਨੇ ਪੂਰੀ ਤਫਸੀਲ ਦੇ ਨਾਲ ਦੱਸ ਦਿੱਤਾ ਕਿ ਮੀਟਿੰਗ ਦੇ ਵਿੱਚ ਹੋਇਆ ਕੀ ਹੈ, ਅਸੀਂ ਪਹਿਲਾਂ ਕੀ ਗੱਲ ਕਰਕੇ ਗਏ ਸੀ ਤੇ ਉੱਥੇ ਜਾ ਕੇ ਕੀ ਹੋ ਰਿਹਾ ਸੀ। ਤੇ ਇੱਕ ਚੀਜ਼ ਤਾਂ ਸਾਫ਼ ਹੈ ਕਿ ਕਿਸਾਨਾਂ ਨੇ ਕਲੀਅਰ ਕਰ ਦਿੱਤਾ ਕਿ ਜਦੋਂ ਤੱਕ ਅਧਿਕਾਰੀ ਬੈਠੇ ਨੇ, ਮੰਤਰੀਆਂ ਨੂੰ ਨਾਲ ਨਹੀਂ ਬਿਠਾਉਂਦੇ, ਅਸੀਂ ਗੱਲ ਨਹੀਂ ਕਰਨੀ। ਤੇ ਜੇਕਰ ਇਸ ਤਰੀਕੇ ਨਾਲ ਹੀ ਗੱਲਬਾਤ ਅੱਗੇ ਨਹੀਂ ਵਧਦੀ ਤਾਂ ਇਹ ਪ੍ਰਦਰਸ਼ਨ ਕੀ ਰੂਪ ਲਏਗਾ। 15 ਤਰੀਕ ਵਾਲੀ ਮੀਟਿੰਗ ਜੋ ਕਿਸਾਨਾਂ ਦੀ ਚੰਡੀਗੜ੍ਹ ਦੇ ਵਿੱਚ ਹੈ ਵੀਰਵਾਰ ਨੂੰ, ਉਸ ਦੇ ਉੱਤੇ ਵੀ ਨਜ਼ਰ ਰਹੇਗੀ ਕਿ ਵਾਕਈ ਸੈਸ਼ਨ ਸੱਦੇ ਜਾਣ ਦੇ ਐਲਾਨ ਤੋਂ ਬਾਅਦ ਕਿਸਾਨ ਰੇਲ ਰੋਕਣ ਵਾਲਾ ਅੰਦੋਲਨ ਆਪਣਾ ਮੁਲਤਵੀ ਕਰਦੇ ਨੇ ਜਾਂ ਨਹੀਂ ਕਰਦੇ, ਉਸ ਤੇ ਵੀ ਨਜ਼ਰ ਰਹੇਗੀ, ਉਹ ਵੀ ਤੁਹਾਨੂੰ ਅਪਡੇਟ ਕਰਾਂਗੇ। ਪਰ ਕੋਸ਼ਿਸ਼ ਇਸ ਸਮੇਂ ਇਹੀ ਖਾਸ ਤੌਰ ਤੇ ਪੰਜਾਬ ਬੀਜੇਪੀ ਦੇ ਲੀਡਰਾਂ ਦੀ ਹੋਣੀ ਚਾਹੀਦੀ ਹੈ ਕਿ ਉਹ ਜ਼ਰੂਰ ਕਿਸਾਨਾਂ ਦੀ ਗੱਲ ਕੇਂਦਰ ਤੱਕ, ਦਿੱਲੀ ਤੱਕ ਲੈ ਕੇ ਜਾਣ। ਇੱਕ ਛੋਟੇ ਜਿਹੇ ਵਕਫੇ ਦੇ ਲਈ ਰੁਕ ਰਹੇ ਹਾਂ, ਫੌਰਨ ਵਾਪਸ ਆਵਾਂਗਾ, ਦੱਸਾਂਗੇ ਆਪਣੇ ਦਰਸ਼ਕਾਂ ਦੀ ਰਾਏ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਹੁਣ ਵਾਰੀ ਹੈ ਸਾਡੇ ਅੱਜ ਦੇ ਸਵਾਲ ਦੇ ਉੱਤੇ ਆਏ ਦਰਸ਼ਕਾਂ ਦੀ ਰਾਏ ਦੱਸਣ ਦੀ। ਅਸੀਂ ਸਵਾਲ ਖਬਰਾਂ ਦੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਪੁੱਛਿਆ ਸੀ ਕਿ ਅਧਿਕਾਰੀਆਂ ਦੇ ਨਾਲ ਮੀਟਿੰਗ ਨਾ ਕਰਨ ਦਾ ਕਿਸਾਨਾਂ ਦਾ ਫੈਸਲਾ ਕੀ ਸਹੀ ਹੈ, ਤੇ ਇਸ ਦੇ ਉੱਤੇ ਭਰਪੂਰ ਹੁੰਗਾਰਾ ਮਿਲਿਆ ਸਾਨੂੰ ਸਾਡੇ ਦਰਸ਼ਕਾਂ ਦਾ। ਸਵਾਲ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੈ, ਜਿਹੜਾ ਤੁਸੀਂ SMS ਦੇ ਜ਼ਰੀਏ ਸਾਡੇ ਤੱਕ ਸਵਾਲ ਦੇ ਜਵਾਬ ਭੇਜੇ ਨੇ, ਤੇ ਹੁਣ ਅਸੀਂ ਦੱਸਦੇ ਹਾਂ ਸਾਡੀ ਦਰਸ਼ਕਾਂ ਦੀ ਰਾਏ, ਉਹ ਵੀ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਜ਼ਿਆਦਾਤਰ ਸਾਡੇ ਦਰਸ਼ਕਾਂ ਨੂੰ ਲੱਗਦਾ ਹੈ ਕਿ ਹਾਂ, ਜੋ ਫੈਸਲਾ ਕੀਤਾ ਗਿਆ ਉਹ ਬਿਲਕੁਲ ਠੀਕ ਹੈ, ਅਧਿਕਾਰੀਆਂ ਨਾਲ ਮੀਟਿੰਗ ਨਾ ਕਰਨ ਦਾ।
90% ਹਾਂ ਦੇ ਵਿੱਚ ਤੇ ਸਿਰਫ 10% ਨਾ ਦੇ ਵਿੱਚ। 90% ਸਾਡੇ ਦਰਸ਼ਕਾਂ ਨੂੰ ਲੱਗਦਾ ਹੈ ਕਿ ਅਧਿਕਾਰੀਆਂ ਨਾਲ ਮੀਟਿੰਗ ਨਾ ਕਰਨ ਦਾ ਕਿਸਾਨਾਂ ਦਾ ਫੈਸਲਾ ਬਿਲਕੁਲ ਠੀਕ ਹੈ। ਤੇ ਫਿਲਹਾਲ ਵੇਲਾ ਹੋ ਚੱਲਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਤੁਸੀਂ ਬਣੇ ਰਹੋ ਨਿਊਜ਼ 18 ਦੇ।